ਤੋਰੀਏ 41 ਤੋਂ ਲੈ ਕੇ 70 ਸਲੋਕਾਂ ਤੱਕ ਦਾ ਜਿਹੜਾ ਵਿਸ਼ਾ ਸੀ ਮਨੁੱਖਾ ਜਨਮ ਦਾ ਸਿਮਰਨ ਦਾ ਵੇਲਾ, ਉਸ ਬਾਬਤ ਅਸੀਂ ਜ਼ਿਕਰ ਕਰ ਰਹੇ ਸੀ। ਤੇ ਕਬੀਰ ਸਾਹਿਬ ਨੇ ਜਦ ਸਿਮਰਨ ਸ਼ੁਰੂ ਕੀਤਾ, ਬੰਦਗੀ ਦੇ ਉਸ ਸਿਖਰ ਤੱਕ ਪਹੁੰਚੇ ਜਿਸ ਸਿਖਰ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣ। ਤੇ ਕਬੀਰ ਸਾਹਿਬ ਦੇ ਨਾਲ ਕੁਝ ਸਾਖੀਆਂ ਵੀ ਜੁੜੀਆਂ ਨੇ, ਉਹ ਵੀ ਅਸੀਂ ਜ਼ਿਕਰ ਕਰਾਂਗੇ। ਜਿਸ ਤਰ੍ਹਾਂ ਇੱਕ ਵਾਰੀ ਕਬੀਰ ਸਾਹਿਬ ਤੋਂ, ਜਿਸ ਤਰ੍ਹਾਂ ਕਬੀਰ ਸਾਹਿਬ ਨੇ ਬ੍ਰਾਹਮਣ ਦੀ ਕਦੀ ਪਰਵਾਹ ਨਹੀਂ ਕੀਤੀ, ਉੱਥੋਂ ਤੱਕ ਕਹਿ ਦਿੱਤਾ ਉਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਕਹਿੰਦੇ ਇੱਕ ਵਾਰੀ ਕਿਸੇ ਨੇ ਸ਼ਰਾਰਤ ਕਰਕੇ ਤੇ ਕਬੀਰ ਸਾਹਿਬ ਦਾ ਨਾਮ ਲੈ ਕੇ ਤੇ ਬ੍ਰਹਮ ਭੋਜ ਰੱਖ ਦਿੱਤਾ ਬਨਾਰਸ ਦੇ ਵਿੱਚ, ਉਹਨਾਂ ਦੇ ਘਰ ਵਿੱਚ। ਕਹਿੰਦੇ ਕਬੀਰ ਸਾਹਿਬ ਨੂੰ ਪਤਾ ਨਹੀਂ ਲੱਗਿਆ ਤੇ ਉੱਥੇ ਸਾਰੀ ਦੁਨੀਆ ਤੁਰ ਪਈ। ਪਰ ਕਹਿੰਦੇ ਹੁਣ ਕਬੀਰ ਸਾਹਿਬ ਨੇ ਤੇ ਕਿਸੇ ਨੂੰ ਸੱਦਿਆ ਨਹੀਂ ਸੀ, ਸਾਰੇ ਦੂਰੋਂ ਦੂਰ ਦਰਾਡੇ ਤੋਂ ਆ ਕੇ ਜੀ ਯੱਗ ਰੱਖਿਆ, ਮਹਾਯੱਗ ਹੈ। ਪਰ ਉਸ ਮਹਾਯੱਗ ਨੂੰ ਕਰਾਉਣ ਵਾਲਾ ਉਹ ਰੱਬ ਹੀ ਆਇਆ। ਫਿਰ ਕਬੀਰ ਸਾਹਿਬ ਭਾਵੇਂ ਉੱਥੇ ਹੈਗੇ ਸੀ, ਨਹੀਂ ਸੀ, ਪਰ ਉਹ ਸਾਰੀ ਸਮੱਗਰੀ ਕਹਿੰਦੇ ਐਸਾ ਉੱਥੇ ਪ੍ਰਸ਼ਾਦਾ ਲੰਗਰ ਚੱਲਿਆ, ਐਸੇ ਉੱਥੇ ਲੋਕੀ ਆਏ, ਰੱਜ ਕੇ ਗਏ ਕਿ ਬਨਾਰਸ 'ਚ ਐਸਾ ਕੁਝ ਹੋਇਆ ਨਹੀਂ। ਤੇ ਕਬੀਰ ਸਾਹਿਬ ਨੂੰ ਜਦ ਪੁੱਛਿਆ ਕਿ ਤੁਸੀਂ ਇਹ ਕਿਵੇਂ, ਕਿਸ ਤਰ੍ਹਾਂ ਕਰ ਰਹੇ ਹੋ ਇਹ ਸਾਰਾ ਕੁਝ, ਇਹ ਬੰਦਗੀ, ਇਹ ਤਾਕਤਾਂ, ਇਹ ਸਮਰੱਥਾ, ਇਹ ਸੱਚ ਦੀ ਗੱਲ, ਏਡੇ ਸਾਰੇ ਮਤਲਬ ਵਿਪਰ ਦੇ ਵਿੱਚ ਖੜੇ ਹੋ ਕੇ, ਕਬੀਰ ਸਾਹਿਬ ਫਿਰ ਕਹਿੰਦੇ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕਹਿ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਇੱਥੇ ਕਬੀਰ, ਇਹ 62ਵਾਂ ਸਲੋਕ ਹੈ। ਇੱਥੇ ਕਬੀਰ ਸਾਹਿਬ ਆਪਣਾ ਨਾਮ ਨਹੀਂ ਕਹਿ ਰਹੇ, ਕਬੀਰ ਕਬੀਰ ਵੱਡੇ ਨੂੰ ਕਹਿ ਰਹੇ ਨੇ ਕਿ ਉਹੀ ਵੱਡਾ, ਉਹ ਵਾਹਿਗੁਰੂ, ਉਹੀ ਕਰਾਉਣ ਵਾਲਾ ਤੇ ਉਹੀ ਵਰਤਿਆ। ਔਰ ਇਹਨਾਂ ਸਲੋਕਾਂ ਦੇ ਵਿੱਚ ਜਦ ਅਸੀਂ ਰੱਬ ਦੀ ਬੰਦਗੀ ਕਰਨੀ ਸ਼ੁਰੂ ਕਰਦੇ ਹਾਂ ਨਾ, ਫਿਰ ਸਾਡੇ ਮਨ 'ਚ ਚਿੰਤਾ ਦੇ ਖਿਆਲ ਖਤਮ ਹੋ ਕੇ ਚਿੰਤਨ ਸ਼ੁਰੂ ਹੋ ਜਾਂਦਾ ਹੈ। ਜਦ ਸਾਨੂੰ ਅੱਛਾ ਇੱਥੇ ਕੋਈ ਐਸਾ ਨਹੀਂ ਜਿਹਨੂੰ ਚਿੰਤਾ ਨਾ ਹੋਏ, ਕੋਈ ਨਹੀਂ ਹੈ ਐਸਾ। ਸੱਚ ਇਹ ਹੈ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਾਂ ਮਹਾਰਾਜ ਜੀ ਦਾ ਇਹ ਬਚਨ ਹੈ, ਦੁਖੀਏ ਕੋ ਪੇਖੈ ਸਭ ਦੁਖੀਆ ਰੋਗੀ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਰੋਗੀ ਦੇ ਭਾਣੇ ਸਾਰੇ ਰੋਗੀ ਨੇ। ਹੁਣ ਅਸੀਂ ਰਾਤ ਨੂੰ ਜਦ ਸੋਈਏ, ਸਾਨੂੰ ਚਿੰਤਾ ਹੋਏ ਨਾ, ਸਾਡੇ ਸਰੀਰ ਨੂੰ, ਮਾਨਸਿਕ ਨੂੰ ਰੋਗ ਲੱਗ ਜਾਂਦੇ ਆ, ਸਾਡੀ ਮਾਨਸਿਕਤਾ ਬਿਮਾਰ ਹੋ ਜਾਂਦੀ ਹੈ, ਅਸੀਂ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਹਾਂ। ਅਤੇ ਉੱਠ ਕੇ ਉਹ ਖਿਆਲ ਸਾਨੂੰ ਤੰਗ ਕਰਦਾ। ਸੌਣ ਦਾ ਵੀ ਯਤਨ ਕਰਦੇ ਹਾਂ ਪਰ ਉਹ ਖਿਆਲ ਸਾਨੂੰ ਸੌਣ ਨਹੀਂ ਦਿੰਦਾ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਕਿ ਜਿਸ ਤਰ੍ਹਾਂ ਚਿੰਤਾ ਦਾ ਖਿਆਲ ਸਾਨੂੰ ਬਾਰ-ਬਾਰ ਜਗਾਉਂਦਾ ਹੈ, ਅਤੇ ਉਹ ਚਿੰਤਾ ਸਾਡੇ ਸਰੀਰ ਲਈ ਅਤੇ ਮਾਨਸਿਕਤਾ ਦੇ ਲਈ ਬਿਮਾਰੀ ਬਣ ਜਾਂਦੀ ਹੈ। ਇਸ ਤਰ੍ਹਾਂ ਕਿਉਂਕਿ ਸਾਡੇ 3 ਤਰ੍ਹਾਂ ਦੇ ਮਨ ਨੇ, ਚੇਤਨ, ਅਵਚੇਤਨ ਅਤੇ ਜਿਹਨੂੰ ਅਸੀਂ ਤਲਹੀਅਲ ਵੀ ਕਹਿੰਦੇ ਆ, ਕੌਨਸ਼ੀਅਸ, ਸਬ ਕੌਨਸ਼ੀਅਸ ਅਤੇ ਅਨਕੌਨਸ਼ੀਅਸ ਮਾਈਂਡ। ਕਹਿੰਦੇ ਜਦ ਅਸੀਂ ਕੁਝ ਚੇਤਨ ਵਿੱਚ ਪੜ੍ਹਦੇ ਹਾਂ ਜਾਂ ਬੋਲਦੇ ਹਾਂ ਜਾਂ ਸੁਣਦੇ ਹਾਂ, ਦੇਖਦੇ ਹਾਂ, ਉਹ ਸਾਡੇ ਚੇਤਨ ਤੋਂ ਅਵਚੇਤਨ ਵਿੱਚ ਚਲਾ ਜਾਂਦਾ ਹੈ, ਜਿਹਨੂੰ ਅਨਕੌਨਸ਼ੀਅਸ ਜਾਂ ਸਬ ਕੌਨਸ਼ੀਅਸ ਮਾਈਂਡ ਕਹਿੰਦੇ ਆ। ਅਸੀਂ ਚੇਤਨ ਵਿੱਚ ਸਭ ਕੁਝ ਯਾਦ ਨਹੀਂ ਕਰਦੇ, ਚੇਤਨ ਇਕੱਠਾ ਕਰਕੇ ਅਵਚੇਤਨ ਮਨ ਵਿੱਚ ਇਕੱਠਾ ਕਰ ਦਿੰਦਾ, ਸੁੱਟ ਦਿੰਦਾ ਉਹਦੇ ਵਿੱਚ, ਉੱਥੇ ਸਾਰਾ ਕੁਝ ਇਕੱਠਾ ਹੁੰਦਾ। ਕਈ ਵਾਰੀ ਸਾਨੂੰ ਮਹੀਨਿਆਂ ਬਾਅਦ ਇੱਕ ਬੰਦਾ ਮਿਲਦਾ, ਅਸੀਂ ਸੋਚ ਰਹੇ ਹਾਂ ਉਹ ਇਹਦਾ ਨਾਮ ਕੀ ਹੈ। ਸਾਨੂੰ ਪਤਾ ਹੈ ਨਾਮ ਇਹਦਾ, ਸਾਨੂੰ ਸਾਡੇ ਚਿੰਤਨ ਵਿੱਚ ਹੈ, ਪਰ ਸਾਡੇ ਚੇਤਨ ਮਨ 'ਚ ਆ ਹੀ ਨਹੀਂ ਰਿਹਾ। ਅਤੇ ਜਦ ਚੇਤਨ ਮਨ ਹੁਕਮ ਕਰਦਾ ਅਵਚੇਤਨ ਮਨ ਨੂੰ ਕਿ ਇਹਦਾ ਨਾਮ ਲੱਭ ਕੇ ਦੱਸ, ਜੋ ਅਵਚੇਤਨ ਮਨ ਦੇ ਵਿੱਚ ਖਿਆਲ ਇਕੱਠੇ ਹੋਏ ਹੁੰਦੇ ਨੇ, ਫਿਰ ਅਵਚੇਤਨ ਮਨ ਉਹਨੂੰ ਚੇਤਨ ਮਨ ਵਿੱਚ ਭੇਜ ਦਿੰਦਾ ਅਤੇ ਇੱਕਦਮ ਸਾਨੂੰ ਨਾਮ ਯਾਦ ਆ ਜਾਂਦਾ, ਉਹ ਇਹਦਾ ਨਾਮ ਤਾਂ ਇਹ ਹੈ। ਇਸੀ ਤਰ੍ਹਾਂ ਜਦ ਅਸੀਂ ਕੋਈ ਚਿੰਤਾ ਦਾ ਖਿਆਲ ਸੋਚੀ ਜਾਈਏ ਅਤੇ ਉਹ ਚੇਤਨ ਮਨ ਤੋਂ ਸਾਡੇ ਅਵਚੇਤਨ ਮਨ 'ਚ ਚਲਾ ਜਾਂਦਾ। ਅਤੇ ਜਦ ਅਸੀਂ ਰਾਤੀ ਸੌਣ ਵੀ ਲੱਗੀਏ, ਭਾਵੇਂ ਉਹ ਘਟਨਾ ਕਿੰਨਾ ਚਿਰ ਪਹਿਲਾਂ ਵਰਤ ਗਈ ਹੈ ਜਾਂ ਠੀਕ ਵੀ ਹੋ ਗਿਆ ਸਭ ਕੁਝ, ਫਿਰ ਵੀ ਉਹ ਸਾਡੇ ਸਾਰੀ ਰਾਤਾਂ ਨੂੰ ਖਰਾਬ ਕਰਦੀ ਹੈ। ਇਸੀ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਜਦ ਚਿੰਤਾ ਨੂੰ ਸਾਡਾ ਚੇਤਨ ਮਨ ਅਵਚੇਤਨ ਵਿੱਚ ਭੇਜਦੇ ਅਤੇ ਉਹ ਬਾਰ-ਬਾਰ ਮੁੜ ਕੇ ਸਾਹਮਣੇ ਆਉਂਦਾ ਕਿਉਂਕਿ ਉਹ ਅੰਦਰ ਹੈ। ਇਸੀ ਤਰ੍ਹਾਂ ਜਦ ਅਸੀਂ ਰੱਬ ਦਾ ਸਿਮਰਨ ਕਰਾਂਗੇ ਨਾ, ਪ੍ਰਭੂ ਦਾ ਸਿਮਰਨ ਚੇਤਨ, ਜਿਹੜਾ ਮੈਂ ਤੁਹਾਨੂੰ ਉਦਾਹਰਣ ਦਿੱਤਾ, ਚੱਬਦੇ ਅਸੀਂ 10 ਮਿੰਟ ਜਾਂ ਰੋਟੀ ਨੂੰ, ਭੋਜਨ ਨੂੰ, ਅਤੇ ਉਹ ਸਾਰੀ ਸਾਡੀ ਦਿਨ ਦੀ ਖੁਰਾਕ ਬਣਦਾ। ਇਸੀ ਤਰ੍ਹਾਂ ਜਦ ਚੇਤਨ ਸਿਮਰਨ ਕਰੀਏ ਵਾਹਿਗੁਰੂ ਦਾ ਮੂੰਹ ਹਿਲਾ ਹਿਲਾ ਕੇ, ਅਤੇ ਉਹ ਜਦ ਸਾਡੇ ਅਵਚੇਤਨ ਵਿੱਚ ਚਲਾ ਜਾਏਗਾ, ਫਿਰ ਸਾਨੂੰ ਮੂੰਹ ਤੋਂ ਬੋਲਣ ਦੀ ਵੀ ਲੋੜ ਨਹੀਂ, ਉਹ ਅੰਦਰ ਚੱਲਦਾ ਰਹਿੰਦਾ। ਚਿੰਤਾ ਦੇ ਵਿੱਚ ਬੰਦਾ ਉੱਠੇਗਾ, ਬਿਮਾਰ ਹੋਏਗਾ। ਅਤੇ ਕਬੀਰ ਸਾਹਿਬ ਕਹਿੰਦੇ ਕਈ ਵਾਰੀ ਜਦ ਰੱਬ ਦੀ ਬੰਦਗੀ ਕਰਨ ਵਾਲਾ, ਜਾਂ ਤੁਸੀਂ ਗੁਰਬਾਣੀ ਪੜ੍ਹਦੇ ਹੋ, ਬਾਣੀ ਦੇ ਵਿੱਚ ਸਾਰਾ ਦਿਨ ਸਾਰੀ ਰਾਤ ਮਨ ਨੂੰ ਜੋੜਨ ਦਾ ਯਤਨ ਕਰਦੇ ਹੋ, ਕੰਮ ਕਰਦਿਆਂ ਫਿਰ ਇੱਕ ਦਿਨ ਐਸਾ ਆਏਗਾ ਤੁਹਾਨੂੰ ਬਾਣੀ ਦੀ ਤੁਕ ਵੀ ਨਹੀਂ ਸੌਣ ਦੇਗੀ, ਸ਼ਬਦ ਵੀ ਨਹੀਂ ਸੌਣ ਦੇਗਾ। ਇਹ ਵੀ ਕਿਸੇ ਵਿਰਲੇ ਗੁਰਮੁਖਾਂ ਨਾਲ ਵਰਤਦਾ ਹੈ।
ਬਾਣੀ ਦੀ ਤੁਕ ਬਾਰ-ਬਾਰ ਤੁਹਾਨੂੰ ਤੁਹਾਡੀ ਨੀਂਦ ਨੂੰ ਖੋਲੇਗੀ। ਨੀਂਦ ਤੋਂ ਜਾਗੋਗੇ ਤੁਸੀਂ ਤੇ ਚੱਲ ਕੀ ਰਹੀ ਹੋਏਗੀ? ਬਾਣੀ ਦੀ ਤੁਕ ਚੱਲ ਰਹੀ ਹੋਏਗੀ, ਸ਼ਬਦ ਚੱਲ ਰਿਹਾ ਹੋਏਗਾ। ਸੱਚ ਇਹ ਹੈ, ਚਿੰਤਾ ਸਾਨੂੰ ਉਠਾਏਗੀ ਤੇ ਸਾਨੂੰ ਸਰੀਰ ਦੇ ਤੇ ਮਾਨਸਿਕ ਰੋਗ ਬਣਨਗੇ। ਰੱਬ ਦਾ ਚਿੰਤਨ ਸਾਨੂੰ ਜਗਾਏਗਾ ਤੇ ਸਾਡੇ ਤੇ ਖੇੜਾ ਬਣੇਗਾ। ਇਹ ਫਰਕ ਹੈ। ਜਦ ਚਿੰਤਨ ਸਾਨੂੰ ਜਗਾਏਗਾ, ਰੱਬ ਦੀ ਬਾਣੀ ਤੋਂ ਸਾਡੀ ਨੀਂਦ ਖੁੱਲੇਗੀ, ਤਬ ਸਾਡਾ ਅੰਦਰ ਖੇੜਾ ਬਣੇਗਾ। ਤੇ ਇਹਨੂੰ ਕਬੀਰ ਸਾਹਿਬ ਜੀ ਨੇ 63ਵੇਂ ਸ਼ਲੋਕ 'ਚ ਕਿਹਾ, ਕਬੀਰ ਸੁਪਨਾ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਕਹਿੰਦੇ ਕੋਈ ਸੁਪਨੇ ਵਿੱਚ ਵੀ ਰੱਬ ਦੀ ਬੰਦਗੀ ਕਰੇ, ਸੁਤਿਆਂ ਹੋਇਆਂ ਵੀ। ਕਹਿੰਦੇ ਤਾਕੇ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਮੈਂ ਆਪਣੇ ਤਨ ਨੂੰ, ਆਪਣੇ ਚੰਮ ਨੂੰ ਵੱਢ ਕੇ ਉਹਦੇ ਪੈਰ ਦੀਆਂ ਜੁੱਤੀਆਂ ਬਣਾ ਕੇ ਦੇਵਾਂ ਜਿਹੜਾ ਸੁੱਤੇ ਸਿੱਧ ਵੀ ਰੱਬ ਨੂੰ ਚੇਤੇ ਕਰ ਰਿਹਾ। ਕਿਉਂ? ਅਸਲ ਬੰਦਗੀ ਉਹ ਹੈ ਜਦ ਚੇਤਨ ਮਨ ਤੋਂ ਤੁਹਾਡੇ ਅਵਚੇਤਨ ਮਨ ਵਿੱਚ ਬੰਦਗੀ ਚਲੀ ਜਾਏ। ਫਿਰ ਤੁਹਾਨੂੰ ਕੋਈ ਨਹੀਂ ਭੁਲਾ ਸਕਦਾ। ਫਿਰ ਤੇ ਜਾਪ ਸੋ ਅਜਪਾ ਜਾਪੈ ਚੱਲਦਾ, ਫਿਰ ਤੇ ਮੂੰਹ ਵੀ ਬੰਦ ਹੈ ਤਾਂ ਵੀ ਰੱਬ ਦਾ ਸਿਮਰਨ ਚੱਲ ਰਿਹਾ। ਇਹ ਸਿਮਰਨ ਕਰੋ। ਕਬੀਰ ਸਾਹਿਬ ਕਹਿੰਦੇ ਇਹ ਸਿਮਰਨ ਦੀ ਅਵਸਥਾ ਬਣੇ ਕਿ ਸੌਂਦੇ ਵਾਹ ਵਾਹ ਉਚਰੈ ਉੱਠਦੇ ਵੀ ਵਾਹ ਕਰੇਨ। ਜਾਂ ਪਹਿਲੇ ਪੈਰੈ ਫੁੱਲੜਾ ਫਲ ਵੀ ਪੱਛਾ ਰਾਤ ਜੋ ਜਾਗਨ ਲਹੰਸੇ ਸਾਈਂ ਕੰਨੋ ਦਾਤ। ਜਿਹਨੂੰ ਕਿਹਾ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਚੈ ਢੀਲਾ। ਸੌਂਦੇ ਵੀ। ਤੇ ਅਗਲਾ ਜਿਹੜਾ ਕਬੀਰ ਪਾਪੀ ਭਗਤ ਨਾ ਭਾਵੀ ਹਰ ਪੂਜਾ ਨਾ ਸੁਹਾਏ। ਪਰ ਇਹ ਬੰਦਗੀ ਜਿਹੜਾ 69ਵਾਂ 59ਵਾਂ ਸ਼ਲੋਕ ਹੈ, ਕਬੀਰ ਸਾਹਿਬ ਕਹਿੰਦੇ ਪਾਪੀ ਬੰਦੇ ਨੂੰ ਰੱਬ ਦੀ ਭਗਤੀ ਨਹੀਂ ਭਾਉਂਦੀ। ਮਾਖੀ ਚੰਦਨ ਪਰ ਹਰੇ ਜਹ ਬਿਖੰਦ ਤਹ ਜਾਏ। ਮੱਖੀ ਦੇ ਸਾਹਮਣੇ ਸ਼ਹਿਦ ਦੇ ਭਾਂਡੇ, ਗੁੜ, ਜਿੰਨੇ ਮਰਜ਼ੀ 36 ਤਰ੍ਹਾਂ ਦੇ ਪਦਾਰਥ ਰੱਖ ਦਿਓ, ਪਾਸੇ ਕੂੜਾ ਪਿਆ ਹੋਏਗਾ ਨਾ, ਮੱਖੀ ਸ਼ਹਿਦ ਵੱਲ ਨਹੀਂ ਜਾਏਗੀ, ਮੱਖੀ ਨੇ ਕੂੜੇ ਵੱਲ ਹੀ ਜਾਣਾ। ਇਸ ਤਰ੍ਹਾਂ ਪਾਪੀ ਬੰਦੇ ਨੂੰ ਰੱਬ ਦੀ ਭਗਤੀ ਨਹੀਂ ਸੁਹਾਉਂਦੀ, ਉਹਨੇ ਕੂੜ ਵਿੱਚ ਹੀ ਜਾਣਾ। ਜਿਹਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਾ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਨਾ ਸਤਿਗੁਰ ਪਾਸ। ਕਿਉਂਕਿ ਉਹਨਾਂ ਦਾ ਮਨ ਕੂੜਿਆਰ ਦੇ ਵਿੱਚ ਹੀ ਲੱਗਿਆ ਹੋਇਆ। ਉਹ ਵਲ ਛਲ ਕਰ ਝੱਤ ਕੱਢਦੇ, ਕਦੀ ਗੋਡਾ ਚੱਕਣਗੇ, ਕਦੀ ਲਾਕੇ ਲਾਉਣਗੇ, ਕਦੀ ਖਾਰਿਸ਼ ਕਰਨਗੇ, ਫਿਰ ਟਾਈਮ ਵੇਖਣਗੇ, ਫਿਰ ਸੋਚਣਗੇ ਚਲੀਏ ਚਲੀਏ। ਉਹ ਜੇ ਬਹਿ ਵੀ ਗਏ, ਉਹ ਵਲ ਛਲ ਕਰ ਝੱਤ ਕੱਢਦੇ, ਕਹਿੰਦੇ ਸਮਾਂ ਲੰਘਦਾ ਨਹੀਂ ਭਾਈ। ਇਹ ਬੰਦਗੀ ਕਰਨ ਵਾਲੇ ਨੂੰ ਲੱਗਦਾ ਹੈ ਇੰਨਾ ਸਮਾਂ ਹੋ ਗਿਆ, ਹੁਣੇ ਤਾਂ ਬੈਠੇ ਸਾਂ, ਇੰਨਾ ਟਾਈਮ ਨਿਕਲ ਗਿਆ। ਇਹ ਫਰਕ ਹੈ ਰੱਬ ਦੀ ਬੰਦਗੀ ਕਰਨ ਵਾਲੇ ਤੇ ਰੱਬ ਤੋਂ ਟੁੱਟਿਆਂ ਹੋਇਆਂ ਦਾ। ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ। ਕਿਉਂ? ਕਿਉਂਕਿ ਉਹਦਾ ਮਨ ਦੁਨੀਆ ਦੇ ਆਲ ਜੰਜਾਲ ਵਿੱਚ ਹੈ। ਤੇ ਜਿਹਦਾ ਮਨ ਰੱਬ ਦੀ ਬੰਦਗੀ ਵਿੱਚ ਲੱਗ ਜਾਏ, ਸੁਪਨਾ ਹੂੰ ਬੁਰੜਾਏ ਕੈ ਜਾਂ ਮੁਕਈਆ ਨਾਮ। ਉਹ ਤੇ ਸੁੱਤਿਆਂ ਸਿੱਧ ਵੀ ਰੱਬ ਦੀ ਬੰਦਗੀ ਕਰਦਾ। ਆਓ ਹੁਣ 71 ਤੋਂ ਲੈ ਕੇ 101 ਸ਼ਲੋਕ ਤੱਕ ਇਹ ਪੈਨ ਡਾਊਨ ਕਰ ਲਓ, ਕਿਉਂਕਿ ਸਾਰੇ ਸ਼ਲੋਕਾਂ ਨੂੰ ਅਸੀਂ ਇੱਕ ਕਰਕੇ ਵਾਚ ਨਹੀਂ ਸਕਦੇ। ਮੈਂ ਸਿਰਫ ਜੋ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਹਨਾਂ ਸ਼ਲੋਕਾਂ ਦੇ ਨਿਚੋੜ ਦੱਸ ਦਿੱਤੇ ਜਾਣ। 71 ਤੋਂ ਲੈ ਕੇ 101 ਸ਼ਲੋਕ ਤੱਕ ਹਰੀ ਨਾਮ ਵਾਹਿਗੁਰੂ ਜੀ ਦੇ ਸਿਮਰਨ ਨਾਲ ਜਾਤ ਅਭਿਮਾਨ, ਸੰਸਾਰਕ ਮੋਹ, ਤ੍ਰਿਸ਼ਨਾ, ਕੁਸੰਗੀਤਾ, ਨਿੰਦਾ ਆਦਿ ਐਬ ਦੂਰ ਹੋ ਜਾਂਦੇ ਨੇ। ਸੁਣਿਓ, ਵਾਹਿਗੁਰੂ ਜੀ ਦੇ ਸਿਮਰਨ ਨਾਲ ਨਾ ਜਾਤ ਦਾ ਅਭਿਮਾਨ ਰਹਿੰਦਾ, ਨਾ ਮੋਹ ਰਹਿੰਦਾ, ਨਾ ਤ੍ਰਿਸ਼ਨਾ, ਨਾ ਭੈੜਾ ਸੰਗ ਜਿਹਨੂੰ ਕੁਸੰਗ ਕਹਿੰਦੇ ਆ, ਨਾ ਨਿੰਦਾ। ਤੇ ਜਿੰਨੇ ਵੀ ਐਬ ਨੇ ਨਾ, ਅਸੀਂ 100 ਵਾਰੀ ਯਤਨ ਕਰੀਏ ਕਿ ਮੈਂ ਝੂਠ ਨਹੀਂ ਬੋਲਣਾ, ਝੂਠ ਫਿਰ ਨਿਕਲ ਆਏਗਾ। ਕਿਉਂ? ਅੰਦਰ ਖਾਲੀ ਭਾਂਡਾ ਹੈ। ਜਦ ਇਹ ਭਾਂਡਾ ਰੱਬ ਦੀ ਬੰਦਗੀ ਤੋਂ ਭਰ ਜਾਏਗਾ ਨਾ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਜ਼ਹਿਰ ਕੱਢ ਕੇ ਇਹਨੂੰ ਅੰਮ੍ਰਿਤ ਭਰ ਦਾਂਗੇ, ਫਿਰ ਝੂਠ ਨਹੀਂ ਨਿਕਲੇਗਾ, ਫਿਰ ਸੱਚ ਹੀ ਨਿਕਲੇਗਾ। ਸੋ ਇਹ 101 ਤੱਕ। ਪਰ ਇਹ ਸਾਰੀ ਚੀਜ਼ਾਂ ਰੱਬ ਦੀ ਸਿਫਤ ਸਲਾਹ ਤੋਂ ਮਿਲਦੀਆਂ ਨੇ, ਤੇ ਸਿਫਤ ਸਲਾਹ ਸੰਗਤ ਵਿੱਚ ਹੀ ਹੁੰਦੀ ਹੈ। ਇਹ ਸਾਰੇ ਨੇ। ਜਿਸ ਤਰ੍ਹਾਂ ਕਬੀਰ ਸਾਹਿਬ ਦਾ 74ਵਾਂ ਸ਼ਲੋਕ ਕਿੰਨਾ ਕੀਮਤੀ ਹੈ। ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ। ਮੈਂ ਮੁਤਿਆ ਮੇਰਾ ਨਾਮ ਰੱਖਿਆ ਹੈ, ਮੈਂ ਰੱਬ ਦੇ ਦਰ ਦਾ ਕੂਕਰ ਹਾਂ। ਹਮ ਕੂਕਰ ਤੇਰੇ ਦਰਬਾਰ ਭੌਂਕਾ ਆਗੈ ਬਦਨ ਪਸਾਰ। ਇਹਦੇ ਵਿੱਚ ਕਬੀਰ ਸਾਹਿਬ ਕਹਿ ਰਹੇ ਆ ਕਿ ਜੇ ਝੂਠ ਬੋਲਣਾ, ਝੂਠ ਬੋਲਣ ਨਾਲੋਂ ਚੰਗਾ ਜੇ ਨਿੰਦਾ ਚੁਗਲੀ ਕਰਕੇ ਬਤੀਸੀ ਹਿਲਾਈ ਜਾਣੀ ਹੈ, ਬੋਲੀ ਜਾਣਾ, ਬਰਲ ਬਰਲ ਕਰੀ ਜਾਣਾ, ਇਹਦੇ ਨਾਲੋਂ ਭੈੜਾ ਬੋਲਣ ਨਾਲੋਂ, ਸਾਰਾ ਦਿਨ ਗੱਲਾਂ ਬਾਤਾਂ ਕਰਨ ਨਾਲੋਂ ਮੂੰਹ ਹਿਲਾ ਕੇ ਰੱਬ ਰੱਬ ਹੀ ਕਰ ਲੈ, ਭਾਵੇਂ ਕੁੱਤਾ ਹੀ ਤੈਨੂੰ ਕਹਿਣ ਲੋਕੇ। ਮੈਂ ਤੇਰੇ ਦਰ ਦਾ ਕੁੱਤਾ। ਜਿਵੇਂ ਕੁੱਤਾ ਰੱਬ ਰੱਬ ਭੌਂਕਦਾ ਹੈ ਨਾ, ਭੌਂਕੀ ਜਾਂਦਾ, ਇਵੇਂ ਕਬੀਰ ਦੁਨੀਆ ਦੀਆਂ ਸਾਰੀਆਂ ਬਾਤਾਂ ਛੱਡ ਕੇ ਤੇਰੇ ਨਾਮ ਨੂੰ ਹੀ ਭੌਂਕਦਾ ਹੈ, ਚੇਤੇ ਕਰਦਾ ਹੈ। ਕਬੀਰ ਕੂਕਰ ਰਾਮ ਕੋ
मुतिया मेरो नाव गरे हमारे जीवरी जह खींचा तह जाओ। एक श्लोक जिहड़ा 81वां नंबर है, कबीर सात समुंदर मस करूँ, तो जे कोई रब रब करन लग जाए तो उन्होंने ये भुलेखा ना पै जाए किथे कि मैं रब की बंदगी कर रहा, मैं तो रब नूं पा लिया, कि मेरे वर्गा तो कोई पवित्र नहीं है, मेरे वर्गा तो कोई चंगा नहीं है, तो सारे तिल फुल ने, लै मैं बंदगी करदा, मेथों सियाणा कौन हो सकता है, मैं तो उठ के नेम भी निभाए। नहीं, रब की सिफत सलाह करके कोई रब नूं जित नहीं सकता, कोई दावा नहीं कर सकता। आपन बापे ना ही किसी को भावन को हर राजा। रब की बंदगी किसी की प्यो की जद्दी जायदाद नहीं है कि मैं कर ली तो मेरे ते ही हुण किरपा होएगी। इस करके कबीर साहब कहते, कबीर सात समुंदर मस करूँ, कलम करूँ बनराए, बसदा कागत ज्यों करूँ, हर जस लिखो ना जाए। सारे समुंदर का पानी इकट्ठा करके शाही बना लो, सारे रुखां की कलमां घड़ के कलमां बना लो, रुखां नूं घड़ के, ते जे सारे पत्तियां दे कागज़ भी बना लो, तो तां भी रब का नाम लिख दो, तां भी रब का नाम लिखिया नहीं जाएगा। रब की सिफत नहीं, नानक कागद लखमणा पढ़ पढ़ कीचै पाओ, मस्सू तोट ना आवी लेखन, पौण चलाओ भी तेरी कीमत ना पवै। कितनी सोहनी उपदेश वाली ये बिरती है। कबीर साहब कहते कि रब की बंदगी कोई गिण के नहीं हो सकती, जे कोई करन भी जाए तो वो आखदे कि आदेश तिसै आदेश, आद अनील अनाद अनाहत जुग जुग एको वेस, कि अंत नहीं पाया जा सकता। हुण कबीर मन पंखी भयो, उड उड दह दिस जाए। हुण सोच लियो, ये ना होए कि मूँह राम राम बोल रहा है, हर हर बोल रहा है, वाहिगुरू वाहिगुरू बोल रहा है, तो मन कित्थे उड़िया फिरदा है। वो बंदगी प्रवान नहीं है। मन नूं टिका के बंदगी करना कबीर साहब कहते प्रवान है। इस धरती ते राम राम करता सब जग फिरै, राम ना पाया जाए। कहते कबीर मन पंखी भयो, कहते पंछी जिमें उडारी मारदा दसां पासियां दे विच दिशावां विच, इवें मन भी तेरा उड्डिया फिरदा है। याद रखी, जे मन काम बारे सोच रहे हैं, मूँह तो राम बोल रहे हैं, तो मन काम विच ही फसिया होया है। मन विच क्रोध है, किसी का बुरा मना रहा है, तेरा जपिया होया हर हर नित कर है रसना, कहा कछू ना जानी, चित जिनका हिर लया माया, बोलन पे रवानी। भावें जिन्ना मर्जी उच्चा बोल, तेज बोल है, नहीं। मन पंखी है, उड उड दह दिस जाए, जो जैसी संगत रह सो तैसो फल खाए। जे मन रूपी पंछी सिंबल दे रुख ते बह गया ना, विकारां रूपी तोता सिंबल दे फुल दे विच चुंझ मारदा है, वो फुल इन्ना सख्त होंदा है, अंदरों खुश्क होंदा है, तोते की चुंझ ही फस जाती है, तोता उत्थे ही मर जाता, निकल नहीं सकता। जे तू अपने मन पंछी नूं विकारां दे रुखां उत्ते बिठा के, फल फिक्के फुल बक बके कम ना आवह पत, जे उत्थे मन की सोच उत्थे लैके बैठा है, मूँह तो रब रब कर रहे हैं, नहीं। जो जैसी संगत रहे सो तैसो फल खाए। तेरा मन कित्थे बैठा होया? जे रब दे दर ते है तो फिर जे प्रभु के चरनां च टिकिया, फिर तेरा सिमरन भी प्रवान है। अगला जिक्र किया कि कुसंग कितनी माड़ी गल है। कबीर साहब कहते रब के सिमरन वास्ते देखो तीन चीज़ां, पहला रब की बंदगी करनी है कूकर बन के, दूसरा मन नूं काबू करना है कि मन पंछियां की तरह उड्डे ना, टिक के बह जाए, तीसरा कुसंग तो बचना बड़ा जरूरी है। ये ना होए कि असी निंदा चुगली भी कर रहे हैं, सत्थां ते बह के सारा दिन असी वो फलाने दी भी गई, उहदियां भी जड़ां वड्डियां, उहदा भी कुछ नहीं, उहदा भी कुछ नहीं, फिर शाम नूं आके कहिए चलो जी हुण सोदर दा पाठ कर लीए। कबीर साहब कहते 100 वारी कर लो कोई काम नहीं होना। क्यों? जिहड़ा निंदा दा भार चक के लिआए हो उहदा की करोगे? कहते कुसंग इन्नी माड़ी है, जिस तरह बेरी दे लागे केले दा रुख लग जाए ना, कहते केले दा रुख इन्ना कूला हुंदा है ते बेरी तिखी कंडियां वाली होंदी है। कहते हवा चलती है तो बेरी हिलदी है, कहते बेरी हिलदी है तो बेरी केले नूं की कह रही है? कहते कहना की है, बेरी तो तिखी होंदी है, केले नूं तार तार करके रख देंदी है। माड़ी संगत दा हाल देख लो, साडा मन केले की तरह है, माड़ी कुसंगत बेरी की तरह है। जे बेर या किकर दे लागे असी खड़े होवांगे, वो तो झूलेगा तां भी सानू चीरेगा, उहदी संगत ही साडे लई माड़ी है। इस करके कबीर मारी मरो कुसंग की, केले निकट जो बेर। सुनियो, केले दे निकट जे बेरी दा रुख लग जाए, वो झूला वो चीरी है, साकत संग ना हेर। कहते साकत दा संग तो इन्ना माड़ा है, हवा चलती है तो बेरी केले नूं चीर के रख देंदी है, कि तू कुसंग दे कोल जाएगा तेरे मन का की हाल होएगा।
ਸੋ ਬੜਾ ਸੋਹਣਾ 71 ਤੋਂ ਲੈ ਕੇ 101 ਸ਼ਲੋਕ ਦੇ ਵਿੱਚ ਇਹ ਮਜ਼ਮੂਨ ਬਣਿਆ। ਫਿਰ 91ਵਾਂ ਸ਼ਲੋਕ ਜਿਹੜਾ ਕਬੀਰ, ਕਾਰਨ ਬਪੁਰਾ ਕਿਆ ਕਰੇ ਜੋ ਰਾਮ ਨਾ ਕਰੈ ਸਹਾਏ। ਜੇ ਬੰਦਗੀ ਕਰਨ ਬੈਠੇ ਹੋ ਨਾ, ਅਰਦਾਸ ਕਰਕੇ ਬੈਠੇ ਹੋ, ਗੁਟਕਾ ਚੱਕਣ ਲੱਗਿਆਂ ਸਤਿਗੁਰ ਅੱਗੇ ਇੱਕ ਜ਼ਰੂਰ ਕਰਿਓ ਕਿ ਸੱਚੇ ਪਾਤਸ਼ਾਹ ਇਹ ਤੁਹਾਡੀ ਬੰਦਗੀ ਹੈ, ਇਹ ਤੁਹਾਡੇ ਤੋਂ ਬਿਨਾਂ। ਹੁਣ ਮਾਤਾ ਜੀ ਦੇ ਦਰ 'ਤੇ ਆਏ ਹਾਂ, ਮਾਂ ਦੇ ਸਥਾਨ 'ਤੇ ਬੈਠੇ ਹਾਂ। ਤੁਹਾਨੂੰ ਚੇਅਰਮੈਨ ਸਾਹਿਬ ਜੀ ਨੇ ਵੀ ਦੱਸਿਆ, ਸਰਦਾਰ ਜਤਿੰਦਰਪਾਲ ਜੀ ਨੇ, ਕਿ ਮਾਂ ਤੋਂ ਨੇੜੇ ਕੌਣ ਹੈ। ਮਾਂ ਤੇ ਸਾਡੇ ਅਵਗੁਣਾਂ 'ਤੇ ਵੀ ਪਰਦਾ ਪਾਉਂਦੇ ਆ। ਸਾਨੂੰ ਸੱਚੀ ਮੁੱਚੀ ਦਿੱਲੀ ਵਿੱਚ ਮਾਤਾ ਜੀ ਦਾ ਸਥਾਨ ਹੈ ਅਤੇ ਮਾਂ ਨਾਲ ਮੂੰਹ ਨਹੀਂ ਹੈ। ਮੈਨੂੰ ਖਿਮਾ ਬਖਸ਼ ਸਮੇਤ ਮੇਰੇ, ਅਸੀਂ ਕਦੀ ਨਹੀਂ ਕਿਹਾ ਕਿ ਅਸੀਂ ਮਾਂ ਨੂੰ ਮਿਲਣ ਜਾਣਾ। ਇਹ ਮਾਤਾ ਸੁੰਦਰੀ ਜੀ ਦਾ ਸਥਾਨ ਹੈ, ਮਾਤਾ ਸਾਹਿਬ ਕੌਰ ਜੀ ਦਾ ਸਥਾਨ ਹੈ। ਮਹਾਰਾਜ ਜੀ ਦੀ ਮਹਿਲ ਇੱਥੇ 25 ਸਾਲ ਰਹੇ ਨੇ। ਇਹ ਮਾਂ ਦਾ ਸਥਾਨ ਹੈ। ਤੁਸੀਂ ਸੁਣ ਵੀ ਰਹੇ ਹੋ ਘਰਾਂ 'ਚ ਬੈਠੇ। ਜਦ ਤੁਹਾਡਾ ਮਨ ਬਹੁਤ ਉਚਾਟ ਹੋਏ ਨਾ ਕਦੀ ਦੁੱਖਾਂ ਸੁੱਖਾਂ ਤੋਂ, ਫਿਰ ਮਨ 'ਚ ਕਹਿਓ ਮਾਂ ਦੇ ਕੋਲ ਚੱਲਦੇ ਹਾਂ। ਜੇ ਘੱਟੋ ਘੱਟ ਤੁਸੀਂ ਦਿੱਲੀ ਦੇ ਵਾਸੀ ਹੋ, ਫਿਰ ਮਾਂ ਕੋਲ ਆ ਜਿਓ। ਕਬੀਰ ਸਾਹਿਬ ਪਤਾ ਕੀ ਕਹਿੰਦੇ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ ਤੇ। ਮਾਂ ਤੇ ਇੰਨੀ ਵੱਡੀ ਦਿਲ ਦੀ ਮਾਲਕਣ ਹੁੰਦੀ ਹੈ, ਉਹ ਤੇ ਆਪਣੇ ਪੁੱਤਰਾਂ ਧੀਆਂ ਦੇ ਅਪਰਾਧਾਂ ਨੂੰ ਫਿਰ ਮਾਫ ਕਰਕੇ ਉਹਨੂੰ ਗਲਵਕੜੀ ਲਾਉਂਦੀ ਹੈ। ਕਹਿੰਦੇ ਜੇ ਅਤ ਕਰੋਪ ਕਰੇ ਤਾਂ ਕਰਤਾਇਆ। ਮਾਂ ਤੇ ਧੀ, ਪੁੱਤਰ ਤੇ ਧੀਆਂ ਮਾਂ ਦੇ ਉੱਤੇ ਜੇ ਗੁੱਸੇ ਨਾਲ ਵੀ ਚੜ ਕੇ ਆਉਣ, ਤਾਂ ਵੀ ਚੀਤ ਨਾ ਰਾਖਸ ਮਾਇਆ, ਮਾਂ ਫਿਰ ਬਖਸ਼ ਦਿੰਦੀ ਹੈ। ਰਾਮਈਆ ਹੋਂ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਇਹ ਭਾਵਨਾ ਹੈ। ਸੱਚੇ ਪਾਤਸ਼ਾਹ ਕਹਿੰਦੇ ਕਿ ਗੁਰੂ ਕੋਲ ਆ ਕੇ ਅਸੀਂ ਜ਼ਰੂਰ, ਸਤਿਗੁਰ ਪ੍ਰਭੂ ਅੱਗੇ ਜ਼ਰੂਰ ਅਸੀਂ ਬੇਨਤੀ ਕਰੀਏ ਕਿ ਕਬੀਰ ਕਾਰਨ ਬਪੁਰਾ ਕਿਆ ਕਰੇ ਜੋ ਰਾਮ ਨਾ ਕਰੈ ਸਹਾਏ। ਜੇ ਰੱਬ ਹੀ ਸਾਡੀ ਸਹਾਇਤਾ ਨਾ ਕਰੇ ਨਾ, ਫਿਰ ਕੁਝ ਨਹੀਂ ਸਾਡਾ ਸਰ ਸਕਦਾ। ਜੇ ਵਾਹਿਗੁਰੂ ਦੀ ਬਖਸ਼ਿਸ਼ ਨਾ ਹੋਏ, ਫਿਰ ਜਿੰਨੀਆਂ ਮਰਜ਼ੀ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਕੋਈ। ਜਿਹੇ ਜੇ ਡਾਲੀ ਪੱਗ ਧਰੋਂ ਸੋਈ ਮੁਰਮੁਰ ਜਾਏ। ਰੱਬ ਦੀ ਕਿਰਪਾ ਤੋਂ ਬਿਨਾਂ ਜਿਹੜੀ ਡਾਲੀ 'ਤੇ ਪੈਰ ਰੱਖੋਗੇ ਨਾ, ਉਹ ਵੀ ਟੁੱਟ ਜਾਏਗੀ, ਕੋਈ ਕੰਮ ਨਹੀਂ ਸਵਰੇਗਾ। ਜੇ ਰੱਬ ਕਿਰਪਾ ਹੋ ਜਾਏ ਨਾ, ਤੇ ਤਿਨਕੇ 'ਤੇ ਵੀ ਪੈਰ ਰੱਖੋਗੇ, ਤਿਨਕਾ ਵੀ ਤਾਰ ਦੇਗਾ। ਦੇਵਾ ਪਾਹਨ ਤਾਰੀ ਅਲੇ, ਪੱਥਰ ਵੀ ਤਾਰ ਦੇਣਗੇ। ਰਾਮ ਕਹਿਤ ਜਨ ਕਸ ਨਾ ਤੇਰੇ। ਭਗਤ ਨਾਮਦੇਵ ਜੀ ਦਾ ਇਹ ਉਪਦੇਸ਼ ਹੈ। ਆਓ 101 ਤੋਂ ਲੈ ਕੇ 131 ਤੱਕ ਤੁਸੀਂ 71 ਤੋਂ ਲੈ ਕੇ 101 ਯਾਦ ਰੱਖਿਓ। ਇਹਦੇ ਵਿੱਚ ਨਾਮ ਸਿਮਰਨ ਦਾ ਜ਼ਿਕਰ ਕੀਤਾ, ਪਰ ਅਭਿਮਾਨ ਨਹੀਂ ਕਰਨਾ ਜ਼ਾਤ ਦਾ। ਇਹਦੇ ਵਿੱਚ ਸਰੀਰਿਕ ਮੋਹ, ਤ੍ਰਿਸ਼ਨਾ, ਕੁਸੰਗ, ਮਾੜੀ ਸੰਗਤ ਤੇ ਨਿੰਦਾ, ਇਸ ਤੋਂ ਬਚਣ ਲਈ ਕਬੀਰ ਸਾਹਿਬ ਨੇ ਕਿਹਾ ਹੈ। ਜੇ ਕੁਸੰਗ ਕਰੋਗੇ ਤੇ ਬੇਰੀ ਤੇ ਕੇਲੇ ਨੂੰ ਛਿੱਲ ਕੇ ਰੱਖ ਦਿੰਦੀ ਹੈ, ਤੇ ਜੇ ਅਸੀਂ ਕੁਸੰਗ ਕਰਾਂਗੇ ਤੇ ਸਾਡਾ ਕੀ ਹਾਲ ਹੋਏਗਾ। ਆਓ ਹੁਣ 101 ਤੋਂ ਲੈ ਕੇ 131 ਸ਼ਲੋਕ ਦੇ ਵਿੱਚ ਕਬੀਰ ਸਾਹਿਬ ਕੀ ਕਹਿੰਦੇ ਆ ਕਿ ਪ੍ਰਭੂ ਦਾ ਸਿਮਰਨ ਛੱਡਿਆਂ ਕਈ ਕਿਸਮ ਦੇ ਵਹਿਮ ਭਰਮ ਮਨ ਦੇ ਵਿੱਚ ਪੈ ਜਾਂਦੇ ਆ। ਵੀ ਅੱਜ ਤੇ ਸੋਮਵਾਰ ਹੈ, ਅੱਜ ਤੇ ਵੀਰਵਾਰ ਹੋ ਗਿਆ, ਅੱਜ ਕੇਸੀ ਇਸ਼ਨਾਨ ਨਹੀਂ ਕਰਨਾ, ਅੱਜ ਕੱਪੜੇ ਨਹੀਂ ਧੋਣੇ, ਨਾ ਨਾ ਪੁੱਤ ਅੱਜ ਨੇਲ ਕੱਟਰ ਨਾ ਚੱਕੀ, ਅੱਜ ਨੋ ਨਹੀਂ ਵੱਢਣੀ। ਕਿਉਂ ਜੀ? ਨਹੀਂ ਅੱਜ ਵੀਰਵਾਰ ਹੈ। ਆਹ ਜਿਹੜੇ ਵਹਿਮ ਭਰਮ, ਓਹੋ ਬਿੱਲੀ ਰਸਤਾ ਕੱਟ ਗਈ, ਕਮਾਲ ਹੋ ਗਈ। ਕਦੀ ਬਿੱਲੀਆਂ ਨੇ ਨਹੀਂ ਕਿਹਾ ਹੋਏਗਾ ਆਹ ਮੂਰਖ ਬੰਦਾ ਮੇਰਾ ਰਸਤਾ ਕੱਟ ਗਿਆ। ਵਿਚਾਰੀ ਬਿੱਲੀਆਂ ਨੇ ਕੀ ਵਿਗਾੜਿਆ? ਬਿੱਲੀ ਕਹਿੰਦੀ ਹੋਏਗੀ ਆਹ ਕਿੱਥੋਂ ਰਸਤਾ ਕੱਟ ਗਿਆ ਮੇਰਾ। ਅਸੀਂ ਤੇ ਉਹਨਾਂ ਦੀਆਂ ਥਾਵਾਂ ਮਲੀਆਂ ਹੋਈਆਂ। ਹਰ ਗੱਲ ਤੇ ਅਸੀਂ ਵਹਿਮ ਭਰਮ ਪਾਲੀ ਬੈਠੇ ਹਾਂ, ਕਦਮ ਕਦਮ ਤੇ ਅਸੀਂ ਵਹਿਮ ਪਾਲੀ ਬੈਠੇ ਹਾਂ। ਇਹ ਨਾ ਹੋ ਜਾਏ, ਓਹੋ ਇਹਨੇ ਪਿੱਛੋਂ ਆਵਾਜ਼ ਮਾਰਤੀ, ਉਹਨੇ ਨੀਚੇ ਮਾਰ। ਇਹ ਸਾਰੇ ਵਹਿਮਾਂ ਭਰਮਾਂ ਦੇ ਖਿਲਾਫ ਕਬੀਰ ਸਾਹਿਬ ਖੜੇ ਹੋਏ। ਸਭ ਹੋਕਾ ਦਿੱਤਾ ਕਬੀਰ ਸਾਹਿਬ ਨੇ। ਦੇਖੋ 1400 ਅਸੀਂ ਕਬੀਰ ਸਾਹਿਬ ਜੀ ਦਾ ਜਿਹੜਾ ਜੀਵਨ ਵਿਚਾਰਦੇ ਹਾਂ ਨਾ, ਕਬੀਰ ਸਾਹਿਬ ਜੀ 1500 ਤਕਰੀਬਨ ਇਹ ਆਖਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਭੇਟ ਨਹੀਂ ਹੋਈ। ਕਬੀਰ ਸਾਹਿਬ, ਕਈ ਵਿਦਵਾਨ ਕਹਿੰਦੇ ਭੇਟ ਹੋਈ ਹੈ। ਚਲੋ ਖੈਰ ਸੁਲਾ, ਉਹ ਵਿਵਾਦ ਵਿਸ਼ਾ ਨਹੀਂ ਹੈ। ਵਿਸ਼ਾ ਇਹ ਹੈ ਕਿ ਕਬੀਰ ਸਾਹਿਬ ਜੀ ਦੀ ਜਿਹੜੀ ਆਮਦ ਹੈ ਉਹ ਬਨਾਰਸ ਦੀ ਧਰਤੀ 'ਤੇ ਹੈ। ਅਤੇ ਕਬੀਰ ਸਾਹਿਬ ਦੀ ਜਿਹੜੀ ਜੋਤੀ ਜੋਤ ਸਮਾਵਣਾ ਕਹਿ ਦਈਏ, ਜਾਂ ਉਹਨਾਂ ਦੇ ਸਰੀਰ ਰੂਪੀ ਚੋਲੇ ਦਾ ਜਦ ਉਹਨਾਂ ਨੇ ਓਲਾ ਕੀਤਾ, ਉਹਨਾਂ ਨੇ ਆਪਣੀ ਜਨਮ ਭੂਮੀ 'ਤੇ ਨਹੀਂ ਕੀਤਾ, ਉਹ ਮਗਹਰ ਜਾ ਕੇ ਕੀਤਾ। ਕਿਉਂ? ਮਗਹਰ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਥਾਂ 'ਤੇ ਵਸਿਆ ਹੋਇਆ, ਬਿਲਕੁਲ ਨਦੀ ਦੇ ਕੰਢੇ। ਇਹ ਕਿਹਾ ਜਾਂਦਾ ਹੈ ਕਿ ਮਗਹਰ ਵਿੱਚ ਜੋ ਮਰੇਗਾ, ਇਹ ਵਹਿਮ ਸੀ ਕਿ ਉਹ ਨਰਕਾਂ 'ਚ ਜਾਏਗਾ। ਇਹ ਮੰਨਿਆ ਗਿਆ ਸੀ ਕਿ ਵੇਦ ਵਿਆਸ ਨੇ ਉੱਥੇ ਜਾ ਕੇ ਟਿਕਾਣਾ ਕੀਤਾ ਸੀ ਅਤੇ ਆਪਣਾ ਵਿਦਿਆਲਿਆ ਖੋਲ੍ਹਿਆ ਸੀ, ਅਤੇ ਉੱਥੇ ਲੋਕੀ ਬੱਚੇ ਪੜ੍ਹਨ ਲੱਗ ਗਏ।
तो शिव जी ਨੂੰ बड़ी चिंता हो गई कि बई मैं तो अपनी धरती बनारस बनाई है जिथे लोकी आके मरनगे तो स्वर्गां 'च जाणगे, किथे कल नूं लोकी ये ना कहण कि वेद व्यास ने इन्ना विद्यार्थी पढ़ाता, जे हुण मगर 'च कोई मरेगा तो उत्थे भी स्वर्गां 'च जाएगा। कहंदे फिर कहंदे गणेश नूं भेजिया, ये मिथ्यास बनाया होया। तो गणेश वेद व्यास को जाके कहता कि जो इस धरती ते मरेगा वह स्वर्गां 'च जाएगा। वह कहता हाँ। वेद व्यास ने दूजी बारी पूछया स्वर्गां 'च जाएगा, हाँ। तीजी बारी पूछया स्वर्गां 'च जाएगा, हाँ। चौथी पूछया किथे नरकां ते नहीं जाए। वेद व्यास नूं चढ़ा दिता। तो वेद व्यास चिड़ के पता की कहंदे, कहंदे नहीं नहीं जो इत्थे मरेगा वह खोता ही बनेगा। तो अगों गणेश कहंदा तथास्तु। कहंदे ये मगहर की धरती ते शराप, कहंदे श्रापित धरती है। ये वहम भर दिता गया कि जिहड़ा मगहर की धरती ते मरेगा वह नरकां 'च जाएगा। कबीर साहब कहंदे मरण लग्या मैं उत्थे जाके मरांगा, फिर देखते हैं कित्थे। कहंदे कल्ला मैं नहीं, मैं तो कुल्लां भी तारांगा ते संसार भी तरेगा। ये जिक्र किया कि जल के मज्जन जेगत होवै नित ते मेढक नहावै, जैसे मेढक तैसे होए नर फिर जो नहीं आवे। पूजो राम एक ही देवा साचा नावण गुर की सेवा। उत्थे जिक्र किया मनोह कठोर मरह बनारस नरक ना बांचिया जाए। जे मन अंदर वहम भरम ने ना, रब की बंदगी नहीं, झूठ है, विकार है, डर डरावा है, फिर तो बनारस से 100 बारी मर लो तां भी नरकां 'च जाओगे। हर का संत मरै हड़ंबै, जिहड़ा रब दा संत है जे हड़ंबे मरे तां सगली सैन तराई। सब तो वड्डा वहम धरती का भन दिता कबीर साहब ने। कबीर साहब अज भी उत्थे थां है कबीर साहब का, जिथे उन्होंने अंतिम श्वास जा अपना सरी रूपी देही का ओला। मैनू बड़े गुरमुख प्यारिਆਂ ने कहा कि तुसीं जरूर दस्यो कबीर साहब जी के बाबत। और कई कहते 1440 तो लैके 1518 तक का उन्हों समा, और कई इस तो पहलों का भी बहुत ज़्यादा कबीर साहब जी के जिहड़ी तरीका ने ना वह बहुत विवाद है। विद्वानों की कोई एक राय नहीं है। कोई 1500 तो पहला कहते हैं, कोई होर इस तो भी अगे कहते। खैर चलो उस विवाद में नहीं पैना। असी गुरु ग्रंथ साहब अध्ययन कोर्स कर रहे हैं। जो गुरु ग्रंथ साहब जी विच उपदेश है ना, असी उस उपदेश को दृढ़ करिए। हुण कबीर साहब जी 101 तो लैके 131 श्लोक तक ये दसदे है कि वाहिगुरू का सिमरन छड्डियां कई तरह के वहमां भरम सानू आ दबदे ने। तन ते धन जान ते भी जे साडा मन राम विच समाया रहे ना, तां भी ये सौदा बड़ा सस्ता है। धन भी चला जाए, तन भी चला जाए, पर रब की बंदगी नहीं जानी चाहिए, रब का शुक्र नहीं जाना चाहिए। रब नूं उलामे जे करेगा तो गुरु अंगद साहब कहते सलाम जवाब दोवै करै मुड्ढों कुत्था जाए, नानक दोवै कूड़ियाँ थाए ना काई पाए। जे रब ने देता तो लुड़ियाँ पाउंदे आ, जे खो लिया फिर उलामे देने। ये की कीता साडे नाल। बंदा कहंदा लै सारी धरती तो मैं ही मिलिया सी जिन्हों दुख देने सी। नहीं, तन ते धन भी चला जाए तां भी रब नूं उलामा नहीं देना। ये भी शुक्र करना है। सिमरन विच जुड़ना स्वर्ग है, सिमरन का विछड़ना, सिमरन तो टुट जाना ये नरक है। ये नरक है। ये 101 ते 131 थोड़े जे श्लोक असी देख लीए ताकि सानू ये स्पष्ट हो जाए। कबीर साहब जी 102 श्लोक दे विच कहंदे कबीर राम ना छोड़िए, तन धन जाए तां जाओ। भावें तन जांदा चला जाए, धन जांदा चला जाए, रब की बंदगी शुक्र ना जाए। चरण कमल चित बेदिया राम है राम समाओ। रब दी राम है नाम समाओ, रब की बंदगी च रहिए। तो फिर हर का सिमरन छाड़ के कहते पालियो बहुत कुटुंब। कहते बड़ा परिवार का मूँह पा के रखिया। कहते की होया? कहते कुटुंब ने तो एक खिन नहीं लाया। कहते हुण दसो अगला काम कद करना है? कहते कुटुंब एक खिन नहीं रखेगा सानू मरिया होयां नूं। ये जिक्र है जब लग तेल दिवै मुखबाती तब सूझै सब कोई, तेल जलै बाती ठहरानी सुना मंदिर हुई रे बौरे तोहे घरी ना राखै कोई। कबीर साहब ने भी किया कि इस धरती ते देहरी बैठी माता रोवै खटिया ले गए भाई, लट छिटकाए त्रिया रोवै हंस अकेला जाई। तू अपनी तैयारी कर। गुरु रामदास जी का बचन पढ़ते हैं, जनन पिता लोक सुत बनता कोई ना किसकी, कोई किसी का नहीं नाल निभण वाला नाम है। कबीर हर का सिमरन छाड़ के अहोई राखै नार। अहोई का मतलब है वर्त, शीतला दे फलाने ढिंकने वहम भरमा की गल है। इन्हां श्लोकां 'च सुन लियो। कबीर साहब ने स्पष्ट की गल, बई आ गल्लां ना करियो प्लीज़। GSPS वालियां नूं मैं थोड़ी जी बेनती करांगा,
ਸਤਿਗੁਰੂ ਜੀ ਕਹਿੰਦੇ ਕਿ ਅਹੋਈ ਦਾ ਮਤਲਬ ਕਬੀਰ ਸਾਹਿਬ ਕਹਿੰਦੇ ਕਿ ਵਹਿਮ ਭਰਮ ਨੇ, ਕਿ ਫਲਾਣੇ ਦੀਵਾ ਬਾਲ ਆਈਏ, ਫਲਾਣੇ ਵਰਤ ਰਖਾਈਏ, ਫਲਾਣੇ ਕੰਮ ਕਰਾਈਏ, ਅੱਜ ਫਲਾਣੇ ਦਾ ਦਿਨ ਹੈ। ਅਸੀਂ ਵੀ ਕਰੇ ਫਿਰਦੇ ਹਾਂ, ਗੁਰੂ ਵਾਲੇ ਵੀ ਹੈਗੇ ਹਾਂ ਅਤੇ ਉਹ ਹੋਰ ਪਾਸੇ ਵੀ ਤੁਰੇ ਫਿਰਦੇ ਹਾਂ ਜੀ, ਇਹਨੂੰ ਵੀ ਪੂਜ ਲਿਆ। ਬੱਚਾ ਸਾਇੰਸ ਦਾ ਪੇਪਰ ਦੇਣ ਜਾ ਰਿਹਾ ਅਤੇ ਜੜ੍ਹਾਂ ਦੇ ਵਿੱਚ ਤੇਲ ਪਿੱਪਲ ਦੀਆਂ ਜੜ੍ਹਾਂ 'ਚ ਪਾਇਆ, ਹੱਦ ਹੋ ਗਿਆ। ਪੇਪਰ ਸਾਇੰਸ ਦਾ ਦੇ ਰਿਹਾ ਅਤੇ ਕੰਮ ਪੁੱਠੇ ਕਰ ਰਿਹਾ, ਤਿਲਕ ਪੱਥਰ ਨੂੰ ਲਾਈ ਫਿਰਦਾ। ਸਮਝੋ ਵੱਡੇ ਦਿਲ ਨਾਲ। ਆਹੋਈ ਰਾਖਿਆ ਨਾਰ ਜੀ ਵਰਤ, ਇੱਥੋਂ ਤੱਕ ਆਖਿਆ ਕਿ ਛਾੜੈ ਅੰਨ ਕਰ ਹੈ ਪਖੰਡ, ਨਾ ਸੁਹਾਗਣ ਨਾ ਉਹ ਰੰਨ। ਇੱਥੋਂ ਤੱਕ ਕਬੀਰ ਸਾਹਿਬ ਨੇ ਇਹ ਸਖਤ ਲਫ਼ਜ਼ ਕਿ ਹਰ ਕਾ ਇਹ ਵਹਿਮ ਭਰਮਾਂ ਤੋਂ ਬਾਹਰ ਨਿਕਲੀਏ। ਵਹਿਮ ਭਰਮ ਕੁਛ ਨਹੀਂ ਤਾਰਨ ਵਾਲੇ। ਅਹੋਈ ਰਾਖੈ ਨਾਰ ਗਦਹੀ ਹੋਏ ਕੈ ਉਹ ਤਰੈ, ਭਾਰ ਸਹਿ ਮਨ ਚਾਰ। ਬਸ ਤੁਸੀਂ ਕੋਈ ਬਸ ਬਹਿ ਜਾਓ ਤੁਸੀਂ। ਕਹਿੰਦੇ ਗਦਹੀ ਹੋਏ ਕੈ ਉਹ ਤਰੈ, ਮਾਰੇ ਕਹਿੰਦੇ ਕਬੀਰ ਸਾਹਿਬ ਕਹਿੰਦੇ ਗਧੇ ਦੀ ਜੂਨ ਹੈ, ਐਵੇਂ ਭਾਰ ਚੱਕੀ ਫਿਰਨਾ। ਗਧਾ ਇਸ ਲਈ ਕਿਹਾ ਕਿਉਂਕਿ ਗਧੇ ਨੂੰ ਪਤਾ ਨਹੀਂ ਹੁੰਦਾ ਕੰਡ 'ਤੇ ਕੀ ਰੱਖਿਆ ਹੋਇਆ। ਗਧੇ ਦਾ ਕੀ ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੈ। ਵੇਦ ਪੁਰਾਣ ਸੁਨੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਰੱਬ ਦੀ ਬੰਦਗੀ ਵੀ ਕਰੀ ਜਾ ਰਹੇ ਹਾਂ, ਵਹਿਮ ਭਰਮ ਵੀ ਪਾਲੀ ਜਾ ਰਹੇ ਹਾਂ, ਇੱਧਰ ਵੀ ਉੱਧਰ ਵੀ। ਛੱਡ ਦੀਏ ਵਹਿਮ ਭਰਮ, ਇਹ ਗਧਿਆਂ ਦੀ ਜੂਨੀ ਹੈ। ਗਧੇ ਦਾ ਕੰਮ ਪਤਾ ਕੀ ਹੈ? ਜਿਨ੍ਹਾਂ ਨੇ ਸਾਡੇ ਪੁਰਾਣੇ ਪਾਕਿਸਤਾਨ ਤੋਂ ਜਿਹੜੇ ਬਜ਼ੁਰਗ ਆਏ ਹੋਣਗੇ ਉਹਨਾਂ ਨੂੰ ਪਤਾ ਹੈ, ਜਾਂ ਸਾਡੇ ਪਹਿਲਾਂ ਪੰਜਾਬ 'ਚ ਵੀ ਖੋਤੇ ਗਧੇ ਰੱਖਦੇ ਸਨ ਲੋਕੀ। ਗਧੇ ਦਾ ਜਿਹੜਾ ਮਾਲਕ ਹੁੰਦਾ ਸੀ ਨਾ, ਉਹ ਗਧੇ ਦੀ ਕੰਡ ਉੱਤੇ ਭਾਰ ਰੱਖਣ ਤੋਂ ਪਹਿਲਾਂ ਉਹਦੀਆਂ ਲੱਤਾਂ ਨਹੀਂ ਸੀ ਖੋਲ੍ਹਦਾ। ਗਧੇ ਦੀ ਲੱਤਾਂ ਦੀਆਂ ਰੱਸੀਆਂ ਤਾਂ ਖੁੱਲ੍ਹੀ ਜਾਂਦੀ ਸੀ ਜਦ ਕੰਡ 'ਤੇ ਭਾਰ ਰੱਖਿਆ ਜਾਂਦਾ ਸੀ। ਕਿਉਂ? ਜੇ ਕੰਡ 'ਤੇ ਭਾਰ ਤੋਂ ਬਿਨਾਂ ਲੱਤਾਂ ਖੋਲੋਗੇ ਤਾਂ ਫਿਰ ਉਹ ਖੋਤਾ ਆਪਣੇ ਮਾਲਕ ਨੂੰ ਹੀ ਦੁਲੱਤੀਆਂ ਮਾਰਦਾ। ਮਨ ਖੁਤਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ। ਖਰ ਕਾ ਪੈਖਰ ਤਉ ਛੁਟੈ ਜੋ ਉੱਪਰ ਲਾਦਾ। ਆਪਣਾ ਆਪ ਹੀ ਤੂੰ ਵਿਗਾੜੇਗਾ ਵਹਿਮਾਂ ਭਰਮਾਂ ਤੋਂ ਬਾਹਰ ਹੋਣ ਵਾਸਤੇ। ਫਿਰ ਕਬੀਰ ਸਾਹਿਬ ਦਾ 110ਵਾਂ ਸਲੋਕ, ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ, ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਤੂੰ ਇੱਕ ਬੈਠ ਕੇ ਰੱਬ ਦਾ ਬੰਦਾ ਕੋਈ ਉਜਾੜ 'ਤੇ ਵੀ ਥਾਂ ਰੱਬ ਦੀ ਬੰਦਗੀ ਕਰ ਲੇ, ਉਹ ਬੰਦਾ ਸਾਰੇ ਗ੍ਰਾਂ ਨੂੰ ਪਵਿੱਤਰ ਕਰ ਦਿੰਦਾ, ਇੱਕੋ ਬੰਦਾ। ਅਤੇ ਜੇ ਇੱਕ ਸਾਕਤ ਆ ਜੇ ਕਿੱਥੇ, ਸਾਕਤ ਤਾਂ ਬੜਾ ਮਾੜਾ ਹੈ। ਭੈੜਾ ਬੋਲਣ ਵਾਲਾ ਇੱਕ ਸਾਖੀ ਬੜੀ ਸੋਹਣੀ ਸਾਡੇ ਵਿਦਵਾਨ ਜਸਵੰਤ ਸਿੰਘ ਪਰਵਾਨਾ ਲਿਖਦੇ ਨੇ। ਕਹਿੰਦੇ ਇੱਕ ਮਾੜਾ ਬੋਲਣ ਵਾਲਾ ਬੰਦਾ ਨਾ ਪਿੰਡ ਦੇ ਵਿੱਚ ਰਹਿੰਦਾ ਸੀ, ਲੋਕੀ ਬੜੇ ਪਰੇਸ਼ਾਨ ਸੀ। ਕਹਿੰਦਾ ਭਰਾਵਾ ਇਹ ਤੋਂ ਕੋਈ ਖਹਿੜਾ ਛੁਟਾਈਏ। ਅਤੇ ਉਹਨੂੰ ਕਿਹਾ ਯਾਰ ਤੂੰ ਮਾੜਾ ਬੋਲਣ ਤੋਂ ਨਹੀਂ ਹਟਦਾ, ਤੂੰ ਰੱਬ ਦਾ ਵਾਸਤਾ ਕੁਝ ਕਰ ਲੈ। ਕਹਿੰਦਾ ਮੈਂ ਤਾਂ ਇਹ ਸੋਚਦਾ ਸਾਰੀ ਰਾਤ ਸੁੱਤੇ ਅਤੇ ਸਾਰੇ ਪਿੰਡ ਨੂੰ ਅੱਗ ਲਾ ਦਾਂ। ਕਹਿੰਦੇ ਲੈ ਹੱਦ ਹੋ ਗਈ। ਕਹਿੰਦੇ ਚੰਗਾ ਤੂੰ ਬੋਲਣਾ ਹੀ ਨਹੀਂ। ਪਿੰਡ ਦੇ ਲੋਕਾਂ ਨੇ ਸਲਾਹ ਬਣਾਈ, ਕਹਿੰਦੇ ਇਹਨੂੰ ਭੇਜੋ ਕਿੱਥੇ। ਕਹਿੰਦੇ ਇਹਨੂੰ ਕਹਿੰਦੇ ਗੰਗਾ ਇਸ਼ਨਾਨ ਕਰ ਆ, 10-12 ਦਿਨ 15 ਦਿਨ ਲਾ ਅਤੇ ਸਾਡਾ ਖਹਿੜਾ ਤਾਂ ਛੁੱਟੇ 15 ਦਿਨ। ਖਰੇ ਕਿੱਥੇ ਗੰਗਾ ਜਾਏਗਾ ਅਤੇ ਮਨ ਹੀ ਇਹਦਾ ਧੁਲ ਜੇ। ਕਹਿੰਦੇ ਉਹਨੂੰ ਕਿਹਾ ਕਿ ਉਹ ਮੰਨ ਗਿਆ ਪੈਸੇ ਪੂਸੇ ਇਕੱਠੇ ਕਰਕੇ। ਉਹ ਕਹਿੰਦਾ ਜੇ ਮੈਨੂੰ ਭੁੱਖ ਲੱਗੀ, ਪਿੰਡਾਂ ਵਾਲਿਆਂ ਨੇ ਥੋੜ੍ਹੇ ਜਿਹੇ ਚੌਲ ਅਤੇ ਦਾਲ ਰਲਾ ਕੇ ਦੇਤੀ, ਅਤੇ ਜਾਏਗਾ ਨਾ ਜਿੱਥੇ ਰਸਤੇ 'ਚ ਪਿੰਡ ਦਿਸੇਗਾ ਉੱਥੋਂ ਬਣਵਾ ਲਈ ਅਤੇ ਖਾ ਲਈ, ਢਿੱਡ ਭਰ ਲਈ। ਕਹਿੰਦਾ ਠੀਕ ਹੈ। ਉਹ ਨਿਕਲ ਗਿਆ, ਸਾਰਾ ਦਿਨ ਤੁਰਦਾ ਰਿਹਾ। ਅਗਲੇ ਪਿੰਡ ਜਦ ਪਹੁੰਚਿਆ ਅਤੇ ਦੀਵਾ ਬਲਦਾ ਸੀ। ਕਿਸੇ ਮਾਈ ਦੇ ਘਰ ਉਹਨੇ ਆਵਾਜ਼ ਮਾਰੀ, ਮਾਈ ਘਰੇ ਆ? ਕਹਿੰਦੀ ਦੱਸ। ਕਹਿੰਦੀ ਤੇਰਾ ਚੁੱਲ੍ਹਾ ਬਲਦਾ ਹੈ? ਕਹਿੰਦੀ ਹਾਂ। ਕਹਿੰਦੀ ਆਹ ਮੇਰੀ ਖਿਚੜੀ ਹੈ, ਮੈਂ ਗੰਗਾ ਇਸ਼ਨਾਨ ਕਰਨ ਚੱਲਿਆ, ਆਹ ਮੇਰੀ ਖਿਚੜੀ ਬਣਾ ਦੇ, ਆਹ ਚੌਲ ਅਤੇ ਦਾਲ ਰਲੇ ਹੋਏ ਨੇ ਮੈਨੂੰ ਪਿੰਡ ਵਾਲਿਆਂ ਨੇ। ਕਹਿੰਦੇ ਚੱਲ ਤੂੰ ਭਲੇ ਕੰਮ ਨੂੰ ਚੱਲਿਆ, ਮੈਂ ਵੀ ਪੁੰਨ ਖੱਟ ਲਾਂਗੇ। ਉਹਨੇ ਚੁੱਲ੍ਹੇ 'ਤੇ ਹਾਂਡੀ, ਜਿਹੜਾ ਲਫ਼ਜ਼ ਸਾਡੇ ਪੁਰਾਣੇ ਨੇ, ਉਹਨੇ ਚੁੱਲ੍ਹੇ 'ਤੇ ਧਰੀ ਉਹਦੀ ਖਿਚੜੀ, ਚੌਲ ਧਰੇ। ਇਹਨੇ ਨੂੰ ਬੰਦਾ ਕਹਿੰਦਾ ਮਾਈ ਤੇਰਾ ਖਸਮ ਜਿਉਂਦਾ ਹੈ, ਮਰ ਗਿਆ। ਹੁਣ ਬੰਦਾ ਜਿਹੜਾ ਭੈੜਾ ਬੋਲਦਾ ਨਾ, ਸਾਕਤ, ਉਹ ਸਾਕਤ ਜਿਹੜਾ ਜਿਹੋ ਜਿਹਾ ਲਾਹੌਰ ਉਹੋ ਜਿਹਾ ਪਸ਼ੋਰ। ਉਹ ਕਹਿੰਦੀ ਭਰਾਵਾ ਰੱਬ ਦਾ ਵਾਸਤਾ ਹੈ, ਮੇਰਾ ਸਾਈਂ ਸਿਰ ਦਾ ਸਾਈਂ ਜਿਉਂਦਾ ਹੈ, ਸ਼ੁਕਰ ਹੈ ਰੱਬ ਦਾ। ਮੁੜ ਕੇ ਫਿਰ ਪੁੱਛੇ ਮਾਈ ਤੇਰੇ ਪੁੱਤਰ ਧੀਆਂ ਕਿੰਨੇ ਨੇ? ਕਹਿੰਦੇ 2। ਕਹਿੰਦੇ ਜਿਉਂਦੇ ਨੇ? ਕਹਿੰਦੇ ਹੱਦ ਹੋ ਗਈ। ਕਹਿੰਦੇ ਸਭ ਕੁਝ ਜਿਉਂਦੇ ਨੇ, ਵਧੀਆ ਨੇ। ਕਹਿੰਦੇ ਬੜਾ ਮਾੜਾ ਬੋਲਦਾ ਹੈ। ਉਹ ਹੋਰ 2-4 ਲੱਕੜਾਂ ਲੁਕਣਾ ਪਾਈ, ਧੂਕਣੀ ਫੂਕ ਮਾਰੀ। ਕਹਿੰਦੇ ਖਹਿੜਾ ਛੁੱਟੇ ਇਹਦਾ। ਕਹਿੰਦੇ ਤੇ ਚੁੱਪ ਨਹੀਂ ਕਰਦਾ। ਇਹਨੇ ਨੂੰ ਉੱਠ ਕੇ ਉਹ ਮੱਝ ਦੇ ਦੁਆਲੇ ਹੋ ਗਿਆ, ਮੱਝ ਵੇਖਣ ਲੱਗ ਗਿਆ। ਫਿਰ ਮੱਝ ਵੇਖੇ ਅਤੇ ਫਿਰ ਦਰਵਾਜ਼ਾ ਬੂਹਾ ਵੇਖਣ ਲੱਗ ਗਿਆ, ਬੂਹੇ 'ਤੇ ਖੜ੍ਹ ਗਿਆ। ਫਿਰ ਖੜ੍ਹ ਕੇ ਗਈ ਮਾਈ। ਉਹ ਕਹਿੰਦੀ ਕੀ ਹੁਣ ਬੁਰਾ ਬੋਲਣਾ? ਕਹਿੰਦੀ ਹੋਣਾ ਤੇਰੇ ਨਾਲ ਬੜਾ ਬੁਰਾ ਹੈ। ਕਹਿੰਦੇ ਦੱਸ ਕੀ ਹੋਣਾ? ਕਹਿੰਦੇ ਮੈਂ ਸੋਚ ਰਿਹਾ ਤੇਰਾ ਦਰਵਾਜ਼ਾ ਬੜਾ ਛੋਟਾ। ਕਹਿੰਦੇ ਦਰਵਾਜ਼ੇ ਨੂੰ ਕੀ ਲੈਣਾ? ਕਹਿੰਦੇ ਮੱਝ ਤੇਰੀ ਐਡੀ ਵੱਡੀ, ਕੱਲ੍ਹ ਨੂੰ ਮੱਝ ਮਾਰੇਗੀ ਅਤੇ ਕਿੱਥੋਂ ਕੱਢੇਂਗੀ ਬਾਹਰ? ਜਿਹੜਾ ਬੰਦਾ ਸਾਕਤ ਹੈ ਉਹਨੇ ਸਾਕਤ ਹੀ ਰਹਿਣਾ, ਉਹਨੇ ਭੈੜਾ ਹੀ ਬੋਲਣਾ। ਕਬੀਰ ਸਾਹਿਬ ਸੱਚੀ ਗੱਲ ਕਹਿੰਦੇ। ਕਹਿੰਦੇ ਹੱਦ। ਉਹਨੇ ਖਾਂਡੀ ਚੱਕੀ
ਤੱਤੀ ਤੱਤੀ। ਕਹਿੰਦੇ ਲੈ ਆਪਣੀ ਝੋਲੀ ਕਰ, ਤੇਰੀ ਖਿਚੜੀ ਤਿਆਰ। ਉਹਨੇ ਝੋਲੀ 'ਚ ਖਿਚੜੀ ਪਾਤੀ, ਉਹ ਗਰਮ ਗਰਮ ਪਾਣੀ ਉਹਦੀ ਲੱਤਾਂ 'ਚ ਪਿਆ। ਕਹਿੰਦਾ ਹਾਏ ਮਾਂ ਸੜ ਗਈ, ਇਹ ਪਾਣੀ ਗਰਮ। ਉਹ ਜਿਹੜੀ ਬੀਬੀ ਸੀ ਮਾਂ ਕਹਿੰਦੀ ਪਾਣੀ ਨਹੀਂ ਗਰਮ, ਇਹ ਤੇਰੀ ਜ਼ੁਬਾਨ ਦੀ ਗਰਮੀ ਅੱਗ ਹੈ, ਆਹ ਹੈ ਤੇਰੀ ਜ਼ੁਬਾਨ ਇਹੋ ਜੀ, ਇਹ ਜਿਹੜੀ ਇਹ ਤੈਨੂੰ ਸਾੜਦੀ ਫਿਰਦੀ ਹੈ, ਸਾਰੇ ਪਾਸੇ ਅੱਗ ਲਾਉਂਦੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋ। ਇਸ ਕਰਕੇ ਕਬੀਰ ਸਾਹਿਬ ਇਹ ਬਾਰ-ਬਾਰ ਕਹਿੰਦੇ ਹੈ ਕਿ ਕਬੀਰ ਸਾਹਿਬ ਕਹਿੰਦੇ ਉਹ ਮੁਖ ਹੀ ਚੰਗਾ ਹੈ ਜਿਸ ਮੁਖ ਤੇ ਰੱਬ ਦੀ ਬੰਦਗੀ ਹੋਏ। ਜਿਹੜਾ ਮੁਖ ਸਾਕਤ ਹੈ ਉਹ ਇਹ ਵੀ ਪਿੰਡ ਸਾੜਦਾ ਅਤੇ ਅਗਲੇ ਵੀ ਸਾਰੇ ਪਿੰਡਾਂ ਨੂੰ ਅੱਗ ਲਾਉਂਦਾ। ਜਿਹੜਾ ਬੰਦਾ ਇਕੱਲਾ ਹੈ ਉਹ ਤੇ ਪਿੰਡਾਂ ਦੇ ਪਿੰਡ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋਗਰਾਮ। ਸੋ ਇਹ ਇਸ ਤਰ੍ਹਾਂ ਦੇ ਫਿਰ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਸਵਰਗ ਤੇ ਨਰਕ ਦੀ ਵੀ ਕਬੀਰ ਸਾਹਿਬ ਨੇ ਪੂਰੀ ਨਿਖੇਧੀ ਕੀਤੀ। ਉਹਨੇ ਕਿਹਾ ਮੈਨੂੰ ਕੋਈ ਪਰਵਾਹ ਨਹੀਂ, ਨਾ ਸਵਰਗ ਦੀ ਨਾ ਨਰਕ ਦੀ, ਤੁਹਾਡੇ ਬਣਾਏ ਹੋਏ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਮੈਂ ਰੱਬ ਦੀ ਬੰਦਗੀ 'ਚ, ਕਿਉਂਕਿ ਇਹ ਸੀ ਕਿ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ। ਇਹ ਕਿਹਾ ਜਾਂਦਾ ਸੀ ਉਸ ਵੇਲੇ ਵਿਪਰਵਾਦ ਤੋਂ ਕਿ ਆ ਜਾਓ ਤੁਸੀਂ ਸਾਰਾ ਦਾਨ ਦੇ ਦਿਓ ਆਪਣਾ ਕਮਾਇਆ ਹੋਇਆ ਅਤੇ ਬਨਾਰਸ ਆ ਜਾਓ ਅਤੇ ਤੁਹਾਨੂੰ ਸਵਰਗਾਂ 'ਚ ਭੇਜਾਂਗੇ ਮਰਨ ਤੋਂ ਬਾਅਦ। ਕਬੀਰ ਸਾਹਿਬ ਕਹਿੰਦੇ ਇਵੇਂ ਕੋਈ ਸਵਰਗ ਨਰਕ ਨਹੀਂ ਭੇਜ ਸਕਦਾ। ਰੱਬ ਦੀ ਬੰਦਗੀ ਸਿਮਰਨ ਹੀ ਸਵਰਗ ਹੈ। ਰੱਬ ਦਾ ਸਿਮਰਨ ਟੁੱਟ ਕੇ ਭਰਮਾਂ 'ਚ ਵਹਿਮਾਂ 'ਚ ਪੈ ਜਾਣਾ, ਕਬੀਰ ਸਾਹਿਬ ਕਹਿੰਦੇ ਇਸ ਤੋਂ ਭੈੜਾ ਕੋਈ ਨਰਕ ਨਹੀਂ। ਇੱਥੇ ਹੀ ਸਵਰਗ ਨਰਕ ਹੈ। ਅਤੇ ਫਿਰ ਕਹਿੰਦੇ ਜੇ ਰੱਬ ਦੀ ਬੰਦਗੀ ਤੋਂ ਕੋਈ ਛੁੱਟ ਜਾਏ ਉਹਦਾ ਕੀ ਹਾਲ ਹੁੰਦਾ। ਕਹਿੰਦੇ ਦੇਵ ਵਾਲਿਆਂ ਦੇ ਵਿੱਚ ਸਵੇਰੇ ਸਵੇਰੇ ਸ਼ੰਖ ਪੂਰੇ ਜਾਂਦੇ ਨੇ। ਸਿਰਫ ਮੈਂ 5-7 ਮਿੰਟ ਹੋਰ ਲਾਂਗਾ, ਥੋੜ੍ਹਾ ਜਿਹਾ ਲੇਟ ਸੈਸ਼ਨ ਹੋਇਆ ਸ਼ੁਰੂ। ਕਹਿੰਦੇ ਸ਼ੰਖ ਪੂਰੇ ਜਾਂਦੇ ਨੇ। ਕਹਿੰਦੇ ਹਾਂ ਉਹ ਤਾਂ ਪਵਿੱਤਰ ਮੰਨੇ ਜਾਂਦੇ ਸ਼ੰਖ ਵੱਜਦੇ। ਕਹਿੰਦੇ ਪਵਿੱਤਰ ਕਾਦੇ, ਉਹ ਤਾਂ ਧਾਹਾਂ ਮਾਰ ਕੇ ਰੋਂਦਾ ਸ਼ੰਖ। ਕਹਿੰਦੇ ਲੋਕ ਕਹਿੰਦੇ ਸ਼ੰਖ ਦੀ ਆਵਾਜ਼ ਤਾਂ ਬੜੀ ਪਵਿੱਤਰ ਹੈ। ਕਬੀਰ ਸਾਹਿਬ ਕਹਿੰਦੇ ਮੈਨੂੰ ਪਤਾ ਹੈ ਕਬੀਰ ਰਹਿਣਾ ਏ ਵਿਛੋਰਿਆ ਰਹੋ ਰੇ ਸ਼ੰਖ ਮਜੂਰ ਦੇਵਲ ਦੇਵਲ ਧਾੜੀ ਦੇਸੈਂ ਉਗਵਹਿ ਸੂਰ। ਕਹਿੰਦੇ ਕੀ, ਕਹਿੰਦੇ ਸ਼ੰਖ ਧਾਹਾਂ ਮਾਰ ਕੇ ਰੋਂਦੇ ਨੇ। ਕਹਿੰਦੇ ਕਿਹਨੂੰ ਸੁਣਾਉਂਦੇ ਨੇ, ਕਹਿੰਦੇ ਆਪਣੀ ਜ਼ਾਤ ਦੇ ਸ਼ੰਕਾਂ ਨੂੰ ਸੁਣਾਉਂਦੇ ਨੇ ਕਿ ਤੁਸੀਂ ਸਮੁੰਦਰ ਦੇ ਵਿੱਚ ਹੀ ਰਹੇ ਹੋ। ਜੇ ਸਮੁੰਦਰ ਦੇ ਬਾਹਰ ਆ ਗਏ ਨਾ ਕਿਨਾਰੇ 'ਤੇ, ਲੋਕ ਤੁਹਾਨੂੰ ਚੱਕ ਕੇ ਲੈ ਜਾਣਗੇ ਅਤੇ ਸਵੇਰੇ ਸਵੇਰੇ ਦੇਵ ਵਾਲਿਆਂ ਵਿੱਚੋਂ ਤੁਹਾਡੇ ਵਿੱਚੋਂ ਫੂਕ ਕੱਢਣਗੇ ਅਤੇ ਤੁਸੀਂ ਵਿਛੜੇ ਹੋਏ ਆਪਣੇ ਸੋਮੇ ਤੋਂ ਧਾਹਾਂ ਮਾਰ ਕੇ ਰੋਵੋਗੇ। ਇੱਕ ਸ਼ੰਖ ਆਪਣੀ ਜ਼ਾਤ ਦੇ ਸ਼ੰਕਾਂ ਨੂੰ ਧਾਹਾਂ ਉੱਚੀ ਧਾਹਾਂ ਮਾਰ ਕੇ ਦੱਸਦਾ ਕਿ ਰੱਬ ਤੋਂ ਟੁੱਟਿਓ ਨਾ। ਇਸ ਕਰਕੇ ਕਬੀਰ ਸਾਹਿਬ ਸ਼ੰਖ ਦੀ ਉਦਾਹਰਣ ਦੇ ਕੇ ਕਹਿੰਦੇ ਰੱਬ ਤੋਂ ਵਿਛੜਿਆ ਬੰਦਾ ਧਾਹਾਂ ਮਾਰ ਕੇ ਰੋਂਦਾ ਸਵੇਰੇ ਸਵੇਰੇ। ਦੇਵਲ ਦੇਵਲ ਧਾੜੀ ਦੇਸੈਂ ਉਗਵਹਿ ਸੂਰ। ਇਹ ਸਾਰੇ ਰੱਬ ਦੀ ਬੰਦਗੀ ਤੋਂ ਵਿਛੜਿਆ ਨਰਕ ਆਖਿਆ। ਔਰ ਬੰਦਗੀ ਵਾਸਤੇ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪਹਿ ਮੁਰਾਰ 128ਵਾਂ ਸਲੋਕ ਹੈ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਸੋਣਾ ਤੇ ਹੈ। ਹੁਣ 131ਵਾਂ ਸਲੋਕ ਫਿਰ ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ। ਕਹਿੰਦੇ ਸਾਕਤ ਦਾ ਸੰਗ ਦੂਰੋਂ ਨਾ ਕਰੀ। ਬਾਸਨ ਕਾਰੋ ਪਰਸੀਐ ਤਉ ਕੁਛ ਲਾਗੈ ਦਾਗ। ਕੋਈ ਕਹੇ ਆ ਕਮਰੇ 'ਚ ਕੀ ਪਿਆ, ਉਹ ਬੰਦਾ ਕਹਿੰਦਾ ਜਾ ਕੇ ਵੇਖ ਲੈ। ਕਹਿੰਦੇ ਦੱਸ ਦੇ, ਕਹਿੰਦੇ ਜਾਏਗਾ ਤੇ ਪਤਾ ਲੱਗ ਜਾਏਗਾ। ਉਹ ਕਮਰੇ ਦੇ ਅੰਦਰ ਗਿਆ ਤੇ ਬਾਹਰ ਆਇਆ, ਉਹਦੇ ਕੱਪੜੇ ਚਿੱਟੇ ਕਾਲੇ ਹੋ ਗਏ। ਕਹਿੰਦਾ ਪਤਾ ਲੱਗ ਗਿਆ ਕੀ ਸੀ, ਕਹਿੰਦਾ ਅੰਦਰ ਕੋਲੇ ਭਰੇ ਹੋਏ ਨੇ। ਕਹਿੰਦੇ ਕੋਲਿਆਂ ਦੇ ਨਾਲ ਖਹਿ ਕੇ ਜੋ ਵੀ ਲੰਘੇਗਾ ਉਹਦੇ ਕੱਪੜੇ ਕਾਲੇ ਹੀ ਹੋਣਗੇ। ਸਾਕਤ ਦੇ ਨਾਲ ਜੋ ਵੀ ਖਾਏਗਾ ਉਹਦਾ ਜੀਵਨ ਕਾਲਖ ਹੀ ਹੋਏਗੀ। ਹੁਣ ਆਓ ਜੀ 132 ਤੋਂ ਲੈ ਕੇ 183 ਸਲੋਕ ਦੇ ਵਿੱਚ ਕੀ ਲਿਖਿਆ ਹੋਇਆ। ਵੇਲੇ ਸਿਰ ਸਰੀਰ ਦੀ ਸਤਿਆਂ ਨੂੰ ਸਮਝੋ। ਕਬੀਰ ਸਾਹਿਬ ਕਹਿੰਦੇ ਸਰੀਰ ਦੀ ਤਾਕਤ ਬਹੁਤ ਥੋੜ੍ਹੇ ਸਮੇਂ ਲਈ ਹੁੰਦੀ ਹੈ। ਬਚਪਨ ਅਤੇ ਬਜ਼ੁਰਗੀ ਸਰੀਰ ਦਾ ਸਾਰਾ ਸਮਾਂ ਖਾ ਜਾਂਦੇ, ਜਵਾਨੀ ਦਾ ਵੇਲਾ ਬੜਾ ਘੱਟ ਆਉਂਦਾ ਅਤੇ ਜਵਾਨੀ ਲੱਗਣ ਲੱਗਿਆਂ ਕਹਿੰਦੇ ਇੱਕ ਰਾਤ ਦਾ ਸੁਪਨਾ ਹੀ ਲੱਗਦਾ। ਸਮੇਂ ਨੂੰ ਵੇਲਿਆਂ ਸਤਿਆਂ ਪ੍ਰਭੂ ਦਾ ਸਿਮਰਨ ਕਰੋ। ਜਗਤ ਵਿੱਚ ਬੇਅੰਤ ਲੋਕ ਜਿਹੜੇ ਨੇ ਨਾ, ਜਿਹੜੇ ਜੀਵਨ ਦੇ ਬੇਅੰਤ ਝਮੇਲੇ ਨੇ, ਬੰਦੇ ਨੂੰ ਦੁਖੀ ਕਰਕੇ ਰੱਖਦੇ ਨੇ। 132 ਤੋਂ 183 ਸਲੋਕ। ਦੁਨੀਆ ਦੇ ਝਮੇਲੇ ਬੰਦੇ ਨੂੰ ਦੁਖੀ ਕਰਕੇ ਰੱਖਦੇ ਨੇ, ਪਰ ਬੰਦਾ ਦੁੱਖਾਂ ਤੋਂ ਭੱਜ ਨਹੀਂ ਸਕਦਾ। ਦੁੱਖਾਂ ਦੇ ਵਿੱਚ ਰਹਿੰਦਿਆਂ ਹੀ ਸੁਖੀ ਕਿਵੇਂ ਹੋਏਗਾ, ਚਿੱਕੜ ਵਿੱਚ ਰਹਿੰਦਿਆਂ ਹੀ ਕਮਲ ਦਾ ਫੁੱਲ ਕਿਵੇਂ ਬਣੇਗਾ, ਇਹ ਉਹ ਇਹਨਾਂ ਸਲੋਕਾਂ 'ਚ ਹੈ। ਜਦ ਚਿੱਕੜ ਵੱਧਦਾ ਜਾਂਦਾ ਨਾ ਪਾਣੀ, ਕਮਲ ਦਾ ਫੁੱਲ ਵੀ ਉੱਤੇ ਹੋਈ ਜਾਂਦਾ। ਇਵੇਂ ਰੱਬ ਦੀ ਬੰਦਗੀ ਕਰ, ਦੁੱਖਾਂ ਵਿੱਚ ਵੀ ਨਿਰਲੇਪ ਰਹਿ। ਇਹਨੂੰ ਕਬੀਰ ਸਾਹਿਬ ਜੀ ਦਾ 134ਵਾਂ ਸਲੋਕ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਮ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਈ ਕਾਮ। ਅੰਦਰ ਕਰਕੇ ਬੰਦਗੀ ਕਰੋ, ਬਾਹਰ ਦੇ ਦਿਖਾਵੇ ਕਰਕੇ ਨਹੀਂ। ਮੈਂ ਚਿੱਟੇ ਕੱਪੜੇ ਪਾਏ, ਮੈਂ ਪਤਾ ਨਹੀਂ ਕਿੱਡਾ ਵੱਡਾ ਸਾਧ ਹੋਵਾਂਗਾ, ਕਿੱਡੀ ਬੰਦਗੀ ਕਰਨ ਵਾਲਾ। ਅੰਦਰੋਂ ਕਾਲੇ ਹਾਂ, ਬਾਹਰੋਂ ਚਿੱਟੀਆਂ। ਇਹੀ ਹੈ ਨਾ ਕਿ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕੁਸੁੱਦਾਂ ਕਾਲੀਆਂ, ਬਾਹਰ ਚਿੱਟਵੀਆਂ। ਰੀਸਾਂ ਕਰਿਆ ਤੇ ਨਾੜੀਆਂ ਜੋ ਸੇਵੈਂ ਦਰ ਖੜੀਆਂ।
ਇੱਕ ਡਾਲ ਦੇ ਉੱਤੇ 2 ਅੰਬ ਲੱਗੇ ਹੋਏ ਨੇ, ਅੰਬ ਦੇ ਰੁੱਖ ਤੇ। ਇੱਕ ਅੰਬ ਦਾ ਰੁੱਖ ਅੰਦਰੋਂ ਵੀ ਐਂ ਰਸ ਭਰਿਆ ਲੱਗਦਾ ਤੇ ਬਾਹਰੋਂ ਵੀ ਸੋਹਣਾ ਹਰਿਆਵਲ ਲੱਗਦਾ, ਤਾਜ਼ਾ। ਨਾਲ ਬਿਲਕੁਲ ਉਸੇ ਡਾਲੀ ਤੇ ਇੱਕ ਰੁੱਖ ਲੱਗਿਆ ਜਿਹੜਾ ਅੰਦਰੋਂ ਵੀ ਸੁੱਕਾ ਲੱਗਦਾ ਤੇ ਬਾਹਰੋਂ ਵੀ ਸੁੱਕਾ ਲੱਗਦਾ। ਕਬੀਰ ਸਾਹਿਬ ਮਾਲੀ ਨੂੰ ਪੁੱਛਦੇ, ਇੱਕੋ ਹੀ ਰੁੱਖ ਦੀ ਡਾਲ, ਇੱਕੋ ਹੀ ਡਾਲ ਦੇ ਨਾਲ 2 ਫਲ ਲੱਗੇ ਨੇ, ਇੱਕ ਅੰਦਰੋਂ ਹਰਿਆ ਭਰਿਆ ਬਾਹਰੋਂ ਵੀ, ਇੱਕ ਅੰਦਰੋਂ ਸੁੱਕਿਆ ਹੋਇਆ ਬਾਹਰੋਂ ਵੀ ਸੁੱਕਿਆ, ਕਾਰਨ ਕੀ ਹੈ? ਕਹਿੰਦਾ ਜਿਹੜਾ ਅੰਦਰ ਤੇ ਬਾਹਰੋਂ ਹਰਿਆ ਭਰਿਆ ਹੈ ਨਾ, ਉਹ ਡਾਲੀ ਨਾਲ ਬਾਹਰ ਕਰਕੇ ਵੀ ਜੁੜਿਆ ਤੇ ਡਾਲੀ ਦੇ ਨਾਲ ਰੁੱਖ ਨਾਲ ਅੰਦਰ ਕਰਕੇ ਵੀ ਜੁੜਿਆ। ਕਹਿੰਦੇ ਜਿਹੜਾ ਦੂਜਾ, ਕਹਿੰਦੇ ਜਿਹੜਾ ਅੰਦਰੋਂ ਸੁੱਕ ਗਿਆ ਨਾ, ਉਹ ਸਿਰਫ ਡਾਲੀ ਦੇ ਨਾਲ ਬਾਹਰੋਂ ਕਰਕੇ ਹੀ ਜੁੜਿਆ ਹੋਇਆ। ਰਾਤੀ ਹਨੇਰੀ ਆਈ ਸੀ, ਉਹ ਅੰਦਰੋਂ ਟੁੱਟ ਗਿਆ। ਹਰ ਤਰ੍ਹਾਂ ਦਾ ਬੰਦਾ, ਧਰਮੀ ਬੰਦਾ 2 ਤਰੀਕੇ ਨਾਲ ਰੱਬ ਨਾਲ ਜੁੜਦਾ। ਇੱਕ ਸਾਡੇ ਤਰ੍ਹਾਂ ਬੰਦੇ ਬਾਹਰੋਂ ਜੁੜੇ ਹੁੰਦੇ ਆ, ਬਸ ਸਮਾਂ ਪੂਰਨ ਵਾਸਤੇ। ਪਰ ਕੋਈ ਸੱਚਾ ਭਗਤ ਹੁੰਦਾ ਜਿਹੜਾ ਅੰਦਰੋਂ ਵੀ ਜੁੜਿਆ ਹੋਏ, ਜਿਹੜਾ ਬਾਹਰੋਂ ਵੀ ਜੁੜਿਆ ਹੋਏ, ਤੇ ਉਹੀ ਰੱਬ ਤੱਕ ਪਹੁੰਚਦਾ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਮ, ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਈ ਕਾਮ। ਬਾਹਰੋਂ ਜੁੜੇ ਹੋਏ ਆ, ਇੱਕੋ ਇੱਕ ਹਨੇਰੀ ਆਏਗੀ ਨਾ ਹਉਮੈ ਦੀ, ਸਾਨੂੰ ਸੁਕਾ ਕੇ ਰੱਖ ਦੇਗੀ। ਇੱਕੋ ਇੱਕ ਦੁੱਖਾਂ ਦੀ ਹਨੇਰੀ ਆਏਗੀ, ਸਾਡਾ ਸਾਰਾ ਸਰਮਾਇਆ ਪਤਾ ਲੱਗ ਜਾਏਗਾ ਕਿੰਨੇ ਕੁ ਜੁੜੇ ਹੋਏ ਆ। ਅੱਗੇ ਫਿਰ 143ਵਾਂ ਸ਼ਲੋਕ, ਕਬੀਰ ਸਾਕਤ ਤੇ ਸੂਕਰ ਭਲਾ। ਕਹਿੰਦੇ ਸੂਅਰ, ਕਹਿੰਦੇ ਪਿੰਡਾਂ ਦੇ ਵਿੱਚ ਸੂਅਰ ਬੜੇ ਘੁੰਮਦੇ ਨੇ। ਕਹਿੰਦੇ ਇੱਕ ਬੰਦਾ ਸਾਕਤ ਰੱਬ ਦੀ ਬੰਦਗੀ ਕਰਨ ਵਾਲਾ ਨਹੀਂ ਆ। ਹੁਣੇ ਸਾਕਤ ਦਾ ਜ਼ਿਕਰ ਕੀਤਾ ਸੀ, ਉਹਨੇ ਮੈਲਾ ਹੀ ਬੋਲਣਾ, ਉਹਨੇ ਭੈੜਾ ਹੀ ਬੋਲਣਾ, ਉਹ ਭਾਵੇਂ ਜਿੱਥੇ ਮਰਜ਼ੀ ਚਲਾ ਜਾਏ। ਕਹਿੰਦੇ ਸਾਕਤ ਬੰਦਾ ਮਰਦਾ ਹੈ, ਪਿੰਡ ਵਾਲੇ ਸ਼ੁਕਰ ਮਨਾਉਂਦੇ ਆ, ਸ਼ਹਿਰ ਵਾਲੇ ਸ਼ੁਕਰ ਹੈ ਕੋਈ ਬੰਦਾ ਮਰਿਆ। ਕਹਿੰਦੇ ਲੋਕੀ, ਪਰ ਕਹਿੰਦੇ ਜੇ ਸੂਅਰ ਮਰ ਜੇ, ਕਹਿੰਦੇ ਸੂਅਰ ਵਾਸਤੇ ਉਹ ਅਫਸੋਸ ਕਰਦੇ ਆ, ਸੂਕਰ ਮਰ ਗਿਆ। ਕਹਿੰਦੇ ਕਿਉਂ? ਕਬੀਰ ਸਾਕਤ ਸਿਉ ਸੂਕਰ ਭਰਾ, ਰਾਖੈ ਆਛਾ ਗਾਉ। ਉਹ ਸਾਕਤ ਬਪੁਰਾ ਮਰ ਗਿਆ, ਕੋਈ ਨਾ ਲਹੈ ਉਸ ਨਾਉ। ਕਹਿੰਦੇ ਸੂਅਰ ਚੰਗਾ, ਘੱਟੋ ਘੱਟ ਗੰਦਗੀ ਤੇ ਖਾਂਦਾ ਸੀ, ਸਾਕਤ ਬੰਦਾ ਤੇ ਗੰਦਗੀ ਫੈਲਾਏਗਾ ਬੋਲ ਬੋਲ ਕੇ। ਸਾਕਤ ਨਾਲੋਂ ਸੂਕਰ ਚੰਗਾ ਆਖਿਆ ਕਬੀਰ ਸਾਹਿਬ ਜੀ ਨੇ। 143ਵਾਂ ਸ਼ਲੋਕ। ਫਿਰ 146 ਤੋਂ ਲੈ ਕੇ 149 ਸ਼ਲੋਕ ਤੱਕ 3 ਅਵਸਥਾਵਾਂ ਦੱਸੀਆਂ ਨੇ ਰੱਬ ਦੀ ਬੰਦਗੀ ਦੀ। ਜਾਂ ਤਾਂ ਰੋੜਾ ਹੋ ਜਾਓ, ਜਾਂ ਖੇ ਹੋ ਜਾਓ, ਜਾਂ ਪਾਣੀ ਹੋ ਜਾਓ। ਪਰ ਜੇ ਰੋੜਾ ਵੀ ਰੋੜਾ ਹੋਏ ਰੋ बाट का तज मन का अभिमान, ऐसा कोई दास होए ता मैं मिले भगवान। रोड़ा हुआ तो क्या भया पंथी को दुख दे, ऐसा तेरा दास है जो धरन मैं खे। ਕਹਿੰਦੇ ਪੱਥਰ ਕੋਈ ਜੁੱਤੀ ਪਾ ਕੇ ਆਏਗਾ ਤੇ ਠੇਡਾ ਮਾਰ ਦੇਗਾ। ਕੋਈ ਮਾਤੜ ਬੰਦਾ ਨੰਗੇ ਪੈਰ ਆਇਆ, ਉਹਨੂੰ ਪੱਥਰ ਚੁਭੇਗਾ। ਸਾਨੂੰ ਕੋਈ ਤਾਕਤਵਰ ਬੰਦਾ ਮਿਲੇ, ਆਓ ਜੀ ਆਓ ਜੀ, ਕੋਈ ਵੱਡਾ ਬੰਦਾ ਮਿਲੇ, ਕੋਈ ਮਾੜਾ ਬੰਦਾ ਮਿਲੇ ਨਾ ਮਾਤੜ, ਉਹਨੂੰ ਅਸੀਂ ਧੱਕੇ ਮਾਰ ਕੇ ਕਹਿੰਦੇ ਪਰਾਂ ਨਹੀਂ। ਇਹ ਪੱਥਰ ਵਾਲਾ ਸੁਭਾਅ ਵੀ ਨਹੀਂ। ਜੁੱਤੀ ਪਾ ਕੇ ਆਏ ਤੇ ਠੇਡਾ ਮਾਰ ਦੇ, ਨੰਗੇ ਪੈਰ ਹੋਏ ਤੇ ਚੁੱਭ ਜਾਏ। ਕਹਿੰਦੇ ਖੇ ਹੋ ਜਾਓ, ਕਹਿੰਦੇ ਖੇ ਵੀ ਨਹੀਂ। ਜੋ ਉੱਡ ਲੱਗ ਗਿਆ ਅੰਗ, ਉਹ ਵੀ ਉੱਡ ਕੇ ਸਿਰ ਤੇ ਪੈਂਦੀ ਆ, ਹਵਾ ਚੱਲ ਪਏ ਤੇ। ਕਹਿੰਦੇ ਫਿਰ ਪਾਣੀ ਹੋ ਜਾਓ। ਪਾਣੀ ਹੁਆ तो क्या ਪਿਆ, ਸੀਰਾ ਤਾਤਾ ਹੋਏ, ਸੇਕ लगेगा गर्म हो जाए तो ठंडे लगेगी तो जम जाएगा। कहते फिर हर जन ऐसा चाहिए जैसा हर ही होए। कहते रब वर्गा कोई रब वर्गा ही हो सकता है, कोई रब का भगत वो वर्गा ही हो सकता है। फिर कबीर माया तजी तो क्या पया जो मान तजिया ना जाए, मान मुनि मुनवर गले मान सबै को खाए। 156वां श्लोक है। 100 अच्छा 2 श्लोक बड़े कीमती ने। 160वां नंबर बड़ा कीमती श्लोक है। इस श्लोक दे विच कबीर साहब एक अमीर औरत ते एक गरीब औरत का कंपैरेटिव एनालिसिस करते हैं। कबीर साहब नूं पुछया तुसीं अमीर औरत नूं मान दोगे जां गरीब? वो कहंदे मैं उहदे जीवन नूं मान देवांगा। जे अमीर औरत रब दी बंदगी नहीं करती, जे गरीब औरत रब दी बंदगी करती है, फिर मैं गरीब औरत नूं मान देवांगा। कबीर है गै बाहन सगन घन, छत्रपत की नार, तास पटंतर ना पुजै हरजन की पनिहार। किसी को हाथी है गै बाहन, सवारियां होण, कहे मैं फलाने मंत्री की पत्नी हाँ, मैं फलाने राजे की पत्नी हाँ, पर कहते उहदे पैरां दे बराबर नहीं जिहड़ी रब की पानी हार है, रब की सेवा करती है। फिर उत्थे जिक्र किया कबीर नृप नारी क्यों निंदी है, क्यों हर चेरी को मान। कहते राजे की पत्नी नूं क्यों निंददे हो, तो फिर गरीब नूं क्यों मान देंदे हो। कहते वो बिखै सवारै, वो मांग सवारै, बिखै की वो सिमरै हर नाम। जिहड़ी जहर जिहड़ी विकारां विच है ना, उन्हें तो विकार ही फैलाउणे ने, ते जिहड़ी गरीबन भावें वो सेवा करती है, पर उहदे जीवन विचों कईयां दे जीवन तब्दील हो जाने हैं। 184 तो लैके 221 श्लोक तक, बस हुण समाप्ति वाला है।
ਪ੍ਰਭੂ ਚਰਨਾਂ ਤੋਂ ਵਿਛੋੜਾ ਇਨਸਾਨੀ ਜੀਵਨ ਲਈ ਦੁਖਦਾਈ ਹੈ, ਇਹਨਾਂ ਸ਼ਲੋਕਾਂ ਦੇ ਵਿੱਚ ਆਖਿਆ। ਹੁਣ ਇਹ ਵਿਛੋੜਾ ਰੱਬ ਦਾ ਨਾ ਹੱਜ ਕਰਕੇ ਮਿਲ ਸਕਦਾ ਹੈ, ਨਾ ਕੁਰਬਾਨੀਆਂ ਦੇ ਕੇ, ਨਾ ਠਾਕੁਰ ਪੂਜਾ ਕਰਕੇ, ਨਾ ਬ੍ਰਾਹਮਣ ਦੀ ਸੇਵਾ ਕਰਕੇ, ਨਾ ਘਰ ਦਾ ਤਿਆਗ। ਇਹ ਸਾਰਾ ਕੁਝ ਤੁਸੀਂ ਲਿਖ ਸਕਦੇ ਹੋ ਕਿ ਕੁਰਬਾਨੀਆਂ, ਠਾਕੁਰ ਪੂਜਾ, ਬ੍ਰਾਹਮਣ ਦੀ ਸੇਵਾ, ਹੱਜ, ਇਹ ਯੋਗ ਸਾਧਨਾ, ਇਹਦੇ ਨਾਲ ਰੱਬ ਦਾ ਮਿਲਾਪ ਨਹੀਂ ਹੁੰਦਾ। ਇਹਦੇ ਵਿੱਚ ਸਾਰਿਆਂ ਦਾ ਜ਼ਿਕਰ ਕੀਤਾ ਹੈ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਉਹ ਦੁਨੀਆ ਦੇ ਲੋਕੋ, ਰੱਬ ਨੂੰ ਥੋੜ੍ਹੀ ਸੁਣਾਉਣਾ, ਉੱਚੀਆਂ ਬਾਂਗਾਂ ਦੇਣੀਆਂ, ਸੁਣਾਉਣਾ ਤੇ ਆਪਣੇ ਮਨ ਨੂੰ ਸੀ ਕਿ ਮਸਜਿਦ ਤੋਂ ਬਣਾ ਲਈ ਪਰ ਭਰ में इमां की हिरारत वालों ने मन अपना पुराना पापी था बरसों से नमाजी बन ना सका। इकबाल बड़ा उपदेशक है, मन बातों से मोह लेता है, कहते रफ्तार का काजी बन तो गया, गुफ्तार का काजी बन ना सका। बोलन दे विच ते बड़े तेज गुफ्तार, रफ्तार का हाजी बन तो गया, गुफ्तार का काजी बन ना सका। अंदरों असी मर्यादा नहीं कमाई, रहत अवर कछ अवर कमावत। ਇਹਦੇ ਵਿੱਚ ਸੇਖ ਸ਼ਬੂਰੀ ਸਬੂਰੀ ਬਾਹਰਾ, ਅੰਦਰ ਸਬਰ ਨਹੀਂ ਹੈ, ਸ਼ੁਕਰ ਨਹੀਂ ਹੈ। ਕਿਆ ਹਜ ਕਾਬੇ ਜਾਏ, ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾਕੋ ਕਹਾ ਖੁਦਾਏ। ਰੱਬ ਨੂੰ ਤੇ ਅੰਦਰ ਲੱਭ, ਕਿੱਥੇ ਲੱਭਣ ਜਾਂਦਾ ਬਾਹਰ? ਵਿਛੋੜਾ ਤੇਰੇ ਅੰਦਰੋਂ ਪਿਆ ਹੋਇਆ, ਬਾਹਰੋਂ ਥੋੜ੍ਹੀ ਮਿਲੇਗਾ। ਕਬੀਰ ਗੁਰ ਲਾਗਾ ਤਬ ਜਾਨੀਐ, ਸੁਣੋ ਗੁਰੂ ਦੀ ਪ੍ਰਾਪਤੀ, ਮਿਟੈ ਮੋਹ ਤਨ ਤਾਪ। ਇਹ 199ਵਾਂ ਸ਼ਲੋਕ ਹੈ। ਹਰ ਕ ਸੋਗ ਦਾਜੈ ਨਹੀਂ ਤੈ ਹਰ ਆਪੇ ਆਪ। ਤੇ ਦੋ ਸ਼ਲੋਕ ਜਿਹੜੇ ਕਬੀਰ ਸਾਹਿਬ ਦੇ ਬੜੀ ਕੀਮਤੀ ਨੇ। ਕਬੀਰ ਸਾਹਿਬ ਕਿਹੜੇ ਰਾਮ ਦੀ ਭਗਤੀ ਕਰਦੇ ਹੋ? ਸ਼੍ਰੀ ਰਾਮ ਚੰਦਰ ਦੀ। ਕਬੀਰ ਸਾਹਿਬ ਨੇ ਕਿਹਾ, ਕਬੀਰ ਰਾਮ ਕਹਿਨ ਮੈਂ ਭੇਤ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ, ਸੋਈ ਕੌਤਕ ਹਾਰ। ਦੋਨਾਂ ਨੂੰ ਰਾਮ ਆਖਿਆ ਜਾਂਦਾ ਹੈ। ਇੱਕ ਸ਼੍ਰੀ ਰਾਮ ਚੰਦਰ ਨੂੰ ਵੀ ਰਾਮ ਆਖਦੇ ਨੇ, ਇੱਕ ਰਮੇ ਹੋਏ ਵਾਹਿਗੁਰੂ ਨੂੰ ਵੀ ਰਾਮ ਆਖਦੇ ਨੇ। ਮੈਂ ਉਹਦੀ ਬੰਦਗੀ ਕਰਦਾ ਜਿਹੜਾ ਰਮਿਆ ਹੋਇਆ, ਜਿਹੜਾ ਸਾਰਿਆਂ ਦੇ ਵਿੱਚ ਹੈ। ਕਬੀਰ ਰਾਮੈ ਰਾਮ ਕਹੋ, ਕਹਿਬੇ ਮੈਂ ਵਿਵੇਕ, ਏਕ ਅਨੇਕੈ ਮਿਲ ਗਿਆ, ਏਕ ਸਮਾਨੈ ਏਕ। ਇੱਕ ਸਾਰਿਆਂ ਵਿੱਚ ਸਮਾਇਆ ਹੋਇਆ। ਸੋ ਕਬੀਰ ਸਾਹਿਬ ਸੰਸਾਰ ਦੀ ਉਮਰ ਨੂੰ ਕਿਵੇਂ ਕਹਿੰਦੇ ਆ? ਇੱਕ ਕਹਾਣੀ ਹੈ ਕਬੀਰ ਸਾਹਿਬ ਦੀ। ਗੁਆਂਢਣ ਕਬੀਰ ਸਾਹਿਬ ਕੋਲ ਆਈ ਤੇ ਗੁਆਂਢਣ ਕਹਿੰਦੀ, ਕਬੀਰ ਮੇਰੀ ਨਾ ਚੱਕੀ ਦੇ ਪੁੜ ਅੱਜ ਮੈਂ ਧੋਤੇ ਸਨ ਤੇ ਉਹ ਸੈੱਟ ਨਹੀਂ ਪੈਂਦੇ, ਮੈਂ ਕਣਕ ਨੂੰ ਪੀਣ ਲੱਗਦੀ ਹਾਂ। ਪੁਰਾਣੇ ਬਜ਼ੁਰਗ ਜਾਣਦੇ ਹੋਣਗੇ। ਕਹਿੰਦੇ ਆਟਾ ਨਹੀਂ ਬਣ ਰਿਹਾ ਤੇ ਦਲੀਆ ਬਣ ਰਿਹਾ, ਮੈਂ ਤੇ ਰੋਟੀ ਪਕਾਉਣੀ ਆ, ਆਟਾ। ਤੇ ਕਬੀਰ ਸਾਹਿਬ ਕਹਿੰਦੇ ਮੇਰੀ ਚੱਕੀ ਠੀਕ ਹੈ, ਤੂੰ ਮੇਰੀ ਚੱਕੀ ਤੇ ਪੀ ਲੈ। ਉਹ ਕਹਿੰਦੀ ਮੈਂ ਕਣਕ ਲੈ ਕੇ ਆਉਂਦੀ ਹਾਂ। ਗੁਆਂਢਣ ਕਣਕ ਲੈ ਕੇ ਆਈ ਤੇ ਕਣਕ ਆਟਾ ਪੀ ਲਿਆ ਉਹਨੇ ਕਬੀਰ ਸਾਹਿਬ ਦੀ ਚੱਕੀ ਤੇ। ਤੇ ਪੀਂਦੇ ਪੀਂਦੇ 2-4 ਦਾਣੇ ਉਹ ਚੱਬੀ ਵੀ ਜਾਏ ਕਣਕ ਦੇ ਨਾਲ, ਪੀਸੀ ਵੀ ਜਾਏ। ਜਦ ਆਟਾ ਪੀ ਲਿਆ ਉਹਨੇ, ਕਣਕ ਪੀ ਕੇ ਆਟਾ ਉਟਾ ਇਕੱਠਾ ਕੀਤਾ, ਭਾਂਡਾ ਭਰ ਲਿਆ, ਘਰੋਂ ਨਿਕਲੀ। ਕਬੀਰ ਸਾਹਿਬ ਦੇ ਘਰੋਂ ਨਿਕਲ ਕੇ ਆਪਣੇ ਘਰ ਵੱਲ ਤੁਰਨ ਲੱਗੀ। ਰਸਤੇ 'ਚ ਚਿੱਕੜ ਸੀ, ਪੈਰ ਤਿਲਕਿਆ ਤੇ ਸਾਰਾ ਆਟਾ ਗਿਰ ਗਿਆ, ਖਿਲਰ ਗਿਆ। ਪਿੱਛੇ ਕਬੀਰ ਸਾਹਿਬ ਖੜੇ ਸੀ। ਕਹਿੰਦੀ ਹੁਣ ਮੈਂ ਕੀ ਕਰਾਂ? ਕਬੀਰ ਕਹਿੰਦੇ ਹੁਣ ਕੀ ਕਰਨਾ? ਹੁਣ ਤੇ ਜਿਹੜਾ ਪੀਂਦੇ ਪੀਂਦੇ ਚੱਬ ਲਿਆ ਸੀ ਨਾ, ਬਸ ਉਹੀ ਲਾਹੇ ਦਾ ਸੀ, ਹੁਣ ਤੇ ਚਿੱਕੜ 'ਚ ਹੋ ਗਿਆ। ਕਹਿੰਦੇ ਇਹਦਾ ਕੀ ਮਤਲਬ? ਅਸੀਂ ਕਹਿੰਦੇ ਹਾਂ ਹਜੇ ਤੇ ਬੜੇ ਕੰਮ ਨੇ, ਹਜੇ ਤੇ ਕਾਰੋਬਾਰ ਨੇ, ਦੁਕਾਨਾਂ ਕਰਨੀਆਂ, ਬਹਿਣਾ, ਪੁੱਤਰ ਧੀਆਂ ਦੇ ਫਰਜ਼ ਨੇ, ਖੇਤੀਬਾੜੀ ਹੈ, ਫਲਾਣਾ ਟਿੰਕਣਾ। ਇੰਨੇ ਨੂੰ ਰੱਬ ਦਾ ਸੱਦਾ ਆ ਜਾਂਦਾ। ਫਿਰ ਸਵਾਸਾਂ ਦਾ ਸਾਰਾ ਆਟਾ ਚਿੱਕੜ 'ਚ ਖਿਲਰ ਜਾਂਦਾ। ਬੰਦਾ ਕਹਿੰਦਾ ਹੁਣ ਕੀ ਕਰੀਏ? ਕਬੀਰ ਸਾਹਿਬ ਕਹਿੰਦੇ ਜੇ ਕੰਮ ਕਰਦਿਆਂ ਕਰਦਿਆਂ ਬੰਦਗੀ ਕਰ ਲਈ ਹੁੰਦੀ ਨਾ, ਫਿਰ ਪੀਸਤ ਪੀਸਤ ਚਾਬਿਆ। ਬੜਾ ਕਮਾਲ ਦਾ ਸ਼ਲੋਕ ਹੈ। ਇਹ ਸ਼ਲੋਕ ਹੈ ਕਬੀਰ, ਇਹ 215ਵਾਂ ਸ਼ਲੋਕ ਹੈ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ, ਸੋਹੀ ਨਿਭਿਆ ਸਾਥ। ਰੱਬ ਦੀ ਬੰਦਗੀ ਕੰਮ ਕਰਦੇ ਕਰਦੇ ਨਾਲ ਨਾਲ ਕਰੋ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਨਾ ਹੋਏ ਕਿ ਆਟਾ ਸਾਰਾ ਭੋਏ ਤੇ ਚਿੱਕੜ 'ਚ ਖਿਲਰ ਜਾਏ, ਬੰਦਾ ਕਹੇ ਹੁਣ ਕੁਛ ਨਹੀਂ ਕਰ ਸਕਦਾ। ਔਰ ਰੱਬ ਦੇ ਹੁਕਮ ਬਾਬਤ ਕਿਹਾ ਕਿ ਰੱਬ ਦਾ ਹੁਕਮ ਜੋ ਅਸੀਂ ਸੋਚ ਰਹੇ ਹਾਂ, ਕਬੀਰ ਸਾਹਿਬ ਕਹਿੰਦੇ ਕਦੀ ਇਹ ਨਾ ਸੋਚੋ ਕਿ ਤੁਹਾਡਾ ਸੋਚਿਆ ਹੀ ਰੱਬ ਕਰੇਗਾ। ਤੁਸੀਂ ਸੋਚੋ ਕਿ ਰੱਬ ਜੋ ਐਸਾ ਕਰ ਸਕਦਾ ਕਿ ਕਦੀ ਤੁਸੀਂ 7 ਜਨਮਾਂ ਵਿੱਚ ਵੀ ਨਹੀਂ ਸੋਚ ਸਕਦੇ, ਭਾਵੇਂ ਉਹ ਚੰਗਾ ਤੇ ਭਾਵੇਂ ਮੰਦਾ। ਕਬੀਰ ਜੋ ਮੈਂ ਚਿਤਵੈ ਨਾ ਕਰੈ, ਕਿਆ ਮੇਰਾ ਚਿਤਵੈ ਹੋਏ,
अपना चितविया हर करै जो मेरे चित ना होए। रब वो करेगा जिन्होंने गुरु तेग बहादुर साहब कहते हर की गत ना को जानै, कोई नहीं जान सकते। जां जिन्होंने बाणी च पढ़ते हैं मता करे पश्चिम कै ताई पूरब ही ले जा। तो आखिरी है हुण ये विशा 222वें सलोक तो लैके 283 सलोक दे विच कबीर साहब विकारां ते वाद विवाद दी अग विच सड़ रहे संसार नूं गुरु दे शब्द तो बचाउंदे ने। विवाद ते विकारां दी अग विच सड़ रहे संसार नूं गुरु दे शब्द दी ठंडक तो, नाम दी शब्द दी ठंडक तो, ते ये नाम गुरमुखां दी संगत तो मिलदा है। 223वां सलोक है केसों केसों कूकी है ना सोई है आसार। एक बंदा वो है जिहड़ा रात दिन विकारां विच गलतान है। कहंदे तू विकारां च जद रात सारी रात जागदा तो तैनूं कोई परेशानी नहीं होंदी। तैनूं एक दिन कहता जे अज सारी रात तू बह के अखंड पाठ की सेवा करनी है, घर च पाठ रखिया होए रात से ओहो अज नहीं होएगा। कहते सारा दिन कम रात करने विकारां तू एक दिन रब की बंदगी तेनों कहता सेवा तेथों। कहते नहीं रब की बंदगी लई आलस ना कर। केसों केसों कूकी है ना सोई है आसार। रात दिनस के कूकना कब कै सुनै पुकार। हो सकता वो कभी भी सुन लै। और कबीर साहब कहते कि मैं किसी दी नहीं मनदा, ना ब्राह्मण दी ते ना मुल्ले दी। बामण गुरु है जगत का भगतन का गुरनाहे। कहते अर्ज उर्ज कै पच मुआ चारे बेदै माहे। और यही कबीर साहब का बचन है कि रब का जिहड़ा नाम है ना वो रेत दे विच खिलरी हुई खंड की तरह है। हाथी रूपी अहंकारिया होया मन खंड नहीं चुन सकता। जे कीड़ी होएगी वो रेत दे विच खंड के दाने भी चुन लेगी। हर है खांड रेत में बिखरी हाथी चुनी ना जाए कह कबीर गुर भली बुझाई कीटी होए कह खाए। अच्छा कुछ सलोकां की कन्फ्यूजन है, सिर्फ 2 मिनट होर लवांगे। जिस तरह कुछ सलोक इस तरह के ने कबीर साहब के जिहड़े साडे मन च शंका पैदा करते हैं कि कबीर साहब कह की रहे हैं। जिस तरह ओशो रजनीश ने कबीर साहब के कुछ सलोकां तो दे उत्ते बड़े वड्डे वड्डे टॉक्स किए हुए हैं, लैक्चरस किए हुए हैं। खास करके यूट्यूब पर जां साडी यंग जनरेशन मेरे तो बड़े सवाल करती है कि डॉक्टर साहब ये की है, ओशो ने ये की आख्या। उन्होंने सलोकों बारे जरूर असी ये 3-4 सलोक जोड़े ने। एक तो है कबीर ऐसा जन्म्यो अपने घर लावै आग। कबीर ऐसा जन्म्यो अपने घर लावै आग पांचों लड़कै जार कै रहे राम लिव लाग। कहते किहड़े मुंडियां नूं किहड़े 5 लड़कियां नूं कबीर साहब ने अग लगाई सी, किहड़े घर दे अग लाउण दी गल है। ये शरीर रूपी मोह दे घर दी अग है कि कोई विरला है जिहड़ा अपने शरीर के मोह नूं साड़दा तप दी बंदगी नाल। ते 5 लड़के कौन ने? काम क्रोध लोभ मोह अहंकार। ये अर्थ ये ने। एक सलोक ये है कबीर माए मुंडो तेह गुरु की जाते भरम ना जाए। कबीर साहब कहते हैं कि उस बच्चे की माँ का सिर गंजा कर दो, माँ का सिर मुंड दो। हुण ये तो लगता कि ये तो गुरमत के अनुकूल नहीं है। कबीर माए मुंडो तेह गुरु की कि उस गुरु उस ब्राह्मण दे उस बंदे दे जिहड़ा गुरु अपने आप को गुरु कह रहे तो लोगों को ओजड़ पै रहा पा रहा उहदी माँ मुंड दो, माँ का सिर मुंड दो। नहीं, उत्थे माँ का मतलब है मत। उहदी भैड़ी मत नूं खत्म करो, उन्होंने समझाओ। माता मत पिता संजोग जाते भरम ना जाए आप डूबे तेह बेद में चेले दिए बहाए। अच्छा एक शब्द होर है कबीर साहब के पुत्र नूं मनिया जाता है। बूढ़ा बंस कबीर का उपजो पूत कमाल। ये उत्ते बड़े जिहड़े अनमति ने ना उन्होंने कबीर साहब के उत्ते बड़े विवाद खड़े किए हैं कि कबीर साहब ने कहा मेरे घर दे विच उन्हां दे पुत्र का नाम कमाल है। कहते मेरे घर च पुत्र पैदा होया तो मेरी सारी बंस नूं उन्हें डोब के रख दिता। पर नहीं, ये कमाल मन नूं आख्या। कहते ऐसा इस शरीर रूपी शहर दे विच मेरा पुत्र कमाल ऐसा पैदा होया जिहड़े मेरे सारी इंद्रियां रूपी वंश नूं डोब के रख दिता। नैनो नींद प्रदृष्ट विकार, ये परिवार है ना राग रतन परिवार परियां। नैनो नींद प्रदृष्ट विकार श्रवण सोए सुनिंद विचार रसना सोई लोप मीठे सार मन सोया माया। इनू क्या बूढ़ा बंस कबीर का उपजियो पूत कमाल हर का सिमरन छाड़ के घर ले आया माल। किहड़ा माल ले आया? कहते विकारां नूं इस घर विच इकट्ठा करता। वो कोई बाहर दा कमाल पुत्र नहीं, वो मन नूं संबोधन कीता है। इस तरह होर बड़े सारे सलोक ने पर इन्ने क साडे विषय दे लई
ਮੈਨੂੰ ਲੱਗਦਾ ਕਿ ਬਹੁਤ ਹੋਣਗੇ ਜਿੰਨਾ ਕੁ ਅਸੀਂ ਵਿਚਾਰਿਆ। ਪਰ ਵੱਡੀ ਗੱਲ ਇਹ ਹੈ ਕਿ ਸਤਿਗੁਰ ਦੀ ਕਿਰਪਾ ਨਾਲ, ਮਾਤਾ ਜੀ ਦੀ ਕਿਰਪਾ ਨਾਲ, ਮਾਤਾ ਜੀ ਦੇ ਸਥਾਨ 'ਤੇ ਬੈਠੇ ਹਾਂ, ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਅਸੀਂ ਸਾਰੇ ਸਲੋਕਾਂ ਦੇ ਪੰਛੀ ਝਾਤ ਦਰਸ਼ਨ ਕਰ ਲਏ ਨੇ। ਸੋ ਆਪ ਸਾਰਿਆਂ ਦਾ ਧੰਨਵਾਦ ਹੈ। ਜੇ ਕਿਸੇ ਦਾ ਸਵਾਲ ਹੈ ਤੇ ਉਹ ਸਵਾਲ ਵੀ ਕਰ ਸਕਦਾ ਹੈ। ਇੱਥੇ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਜੀ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਇੰਟਰਨੈਸ਼ਨਲ ਇੰਸਟੀਚਿਊਟ ਫॉर ਸਿੱਖ ਸਟੱਡੀਜ਼ ਦੇ ਨਾਲ ਗੁਰਮਤਿ ਸਟੱਡੀ ਸੰਗੀਤ ਦੀ ਇਸ ਤੁਸੀਂ ਮੁੱਖ ਧਾਰਾ ਦਾ ਹਿੱਸਾ ਬਣੇ ਹੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਉਪਰਾਲੇ ਨੇ। ਸਰਦਾਰ ਜਤਿੰਦਰਪਾਲ ਸਿੰਘ ਗੋਲਡੀ ਦਾ ਮੈਂ ਬਹੁਤ ਧੰਨਵਾਦੀ ਹਾਂ। ਸਾਡੇ ਪ੍ਰਧਾਨ ਸਾਹਿਬ ਕਾਲਕਾ ਜੀ ਤੇ ਸਾਡੇ ਸਕੱਤਰ ਸਾਹਿਬ ਦਾ ਵੀ, ਮੈਂ ਕਾਲੂ ਸਾਹਿਬ ਦਾ ਵੀ, ਮੈਂ ਸਮੁੱਚੇ ਤੌਰ 'ਤੇ ਸਭ ਦਾ ਧੰਨਵਾਦ। ਤੇ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਫਤਿਹ।